कवन हमारी साध संग नानक जस गायो, जो प्रभ की अत प्यारी। सज्जन सच्चा पातशाहो, सिर साहां दै साहो। जिस पास बैठिया सोहीਐ, सबना दा विसाहो। जिस पास बैठिया सोहीਐ, सबना दा विसाहो। चवर छत्र तख्त दे मालक, जुगो जुग अटल सतगुरु, पतत पावन भगत वशल करुणा निधान। ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸੁਭਾਏਮਾਨ ਗੁਰੂ ਰੂਪ ਗੁਰੂ ਸਵਾਰੇ ਖਾਲਸਾ ਸਤ ਸੰਗਤ ਜੀ, ਆਪ ਜੀ ਸਰਬੱਤ ਸੰਗਤ ਮਾਈ ਭਾਈ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਅੰਦਰ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਕਰਕੇ ਲਾਹਾ ਪ੍ਰਾਪਤ ਕਰ ਰਹੇ ਹੋ। ਸਤਿਗੁਰਾਂ ਨੇ ਮਹਾਨ ਬਖਸ਼ਿਸ਼ ਕਿਰਪਾ ਰਹਿਮਤ ਕੀਤੀ ਹੈ, ਜੋ ਇਹ ਗੁਰਮੁਖਾਂ ਵੱਲੋਂ ਉਲੀਕੇ ਹੋਏ ਮਹਾਨ ਸਮਾਗਮ, ਸਾਲਾਨਾ ਲੰਡਨ ਸਮਾਗਮ ਜੋ ਹੈ, ਇਹ ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਦੇ ਦੁਆਰਾ ਬੜੀ ਚੜ੍ਹਦੀ ਕਲਾ ਦੇ ਸਹਿਤ ਹੋ ਰਹੇ ਹਨ। ਸਤਿਗੁਰੂ ਜੀ ਵੱਲੋਂ ਬਖਸ਼ਿਸ਼ ਕੀਤੇ ਹੋਏ ਪਾਵਨ ਪਵਿੱਤਰ ਮੁਖ ਵਾਕ ਸਾਹਿਬ ਦੀ ਪਾਵਨ ਪਵਿੱਤਰ ਕਥਾ ਵਿਚਾਰ ਦਾ ਸ਼ੁਭ ਸੁਭਾਗਾ ਸਮਾਂ ਪ੍ਰਾਪਤ ਹੋਇਆ ਹੈ। ਆਓ ਗੁਰੂ ਚਰਨਾਂ ਵਿੱਚ ਹਾਜ਼ਰੀ ਲਵਾਈ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧਨਾਸਰੀ ਰਾਗ ਦੇ ਅੰਦਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜਗਤ ਜਲੰਦੇ ਨੂੰ ਤਾਰਨ ਹਰ ਸਤਿਗੁਰੂ ਜੀ ਕਿਰਪਾਲੂ ਜੀ ਬਖਸ਼ਿਸ਼ ਕਰ ਰਹੇ ਹਨ। ਸਤ ਸੰਗ ਜੀ, ਜੋ ਇਹ ਪਾਵਨ ਪਵਿੱਤਰ ਸ਼ਬਦ ਹੈ, ਇਸ ਪਾਵਨ ਸ਼ਬਦ ਦੇ ਅੰਦਰ ਆਪ ਹੀ ਸਤਿਗੁਰੂ ਮਹਾਰਾਜ ਜੀ ਜੋ ਬੇਨਤੀ ਹੈ ਉਹ ਜਗਿਆਸੂ ਮੁਖ ਦੁਆਰਾ ਕਰਦੇ ਹਨ। ਆਪ ਹੀ ਗੁਰੂ ਮੁਖ ਦੁਆਰਾ ਸਤ ਸੰਗਤ ਜੀ ਫਿਰ ਉਸ ਬੇਨਤੀ ਦੀ ਬਖਸ਼ਿਸ਼ ਜੋ ਹੈ ਉਹਨੂੰ ਮਹਾਰਾਜ ਸਾਹਿਬ ਜੀ ਫਿਰ ਉਹਦਾ ਉੱਤਰ ਦੇ ਕਰਕੇ ਨਿਹਾਲ ਕਰਦੇ ਹਨ। ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਚੱਲਦੇ ਹੋਏ ਪੱਖੋ ਕੇ ਰੰਧਾਵੇ ਨਗਰ ਵਿੱਚ ਪਹੁੰਚੇ। ਇੱਥੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਕਿਰਪਾ ਕਰਕੇ ਆਪਣੇ ਸਹੁਰਾ ਸਾਹਿਬ ਅਤੇ ਆਪਣੀ ਸੱਸ ਮਾਤਾ ਨੂੰ ਨਿਹਾਲ ਕੀਤਾ, ਉਹਨਾਂ ਨੂੰ ਬ੍ਰਹਮ ਗਿਆਨ ਬਖਸ਼ਿਸ਼ ਕੀਤਾ। ਇੱਥੋਂ ਮਹਾਰਾਜ ਸਾਹਿਬ ਜੀ ਸੱਚੇ ਪਾਤਸ਼ਾਹ ਜਿੱਥੇ ਕਰਤਾਰਪੁਰ ਸਾਹਿਬ ਦੀ ਪਾਵਨ ਪਵਿੱਤਰ ਨਗਰੀ ਹੈ ਪਾਕਿਸਤਾਨ ਦੇ ਅੰਦਰ, ਇਸ ਧਰਤੀ ਨੂੰ ਭਾਗ ਲਾਏ। ਸੇਠ ਕਰੋੜੀਏ ਮੱਲ ਨੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨਾਲ ਈਰਖਾ ਕਰਦੇ ਹੋਏ ਨੇ, ਤਰਕ ਕਰਦੇ ਹੋਏ ਨੇ ਚੱਲ ਕਰਕੇ ਆਉਣਾ ਕੀਤਾ ਕਿ ਇਸ ਨਾਨਕ ਨਾਮ ਦੇ ਗੁਰੂ ਨੂੰ ਮੈਂ ਬਾਹਰ ਕੱਢ ਦੇਵਾਂਗਾ ਔਰ ਧੱਕੇ ਮਾਰਾਂਗਾ। ਪਰ ਜਿਵੇਂ ਇਹ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਵੱਲ ਵੱਧ ਕੇ ਆਇਆ, ਲੋਕਾਂ ਨੇ ਬੜਾ ਵਰਜਿਆ ਕਿ ਰੁਕ ਜਾ, ਉਹ ਪੂਰਨ ਸਤਿਗੁਰੂ ਹਨ। ਸਤ ਸੰਗ ਜੀ ਘੋੜੀ ਚੜ੍ਹਨ ਲੱਗਾ, ਪੱਗ ਇਹਦੀ ਲੱਥ ਕੇ ਹੇਠਾਂ ਡਿੱਗ ਪਈ। ਲੋਕਾਂ ਨੇ ਵਰਜਿਆ, ਤੇਰੀ ਨਰਾਦਰੀ ਹੋਵੇਗੀ, ਤੈਨੂੰ ਜਾਣਾ ਠੀਕ ਨਹੀਂ ਹੈ, ਤੂੰ ਪੂਰੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਨਾਲ ਵੈਰ ਭਾਵ ਕਰ ਰਿਹਾ। ਜਿਵੇਂ ਇਹ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਕੋਲ ਗਿਆ, ਅੱਖਾਂ ਤੋਂ ਅੰਧਾ ਹੋ ਗਿਆ। ਫਿਰ ਇਹਨੂੰ ਬੇਨਤੀ ਕਰਕੇ ਵੀ ਨਾ ਕਰ, ਪੂਰੇ ਸਤਿਗੁਰੂ ਮਹਾਰਾਜ ਦੇ ਨਾਲ ਕਿਉਂ ਤੂੰ ਇਸ ਤਰ੍ਹਾਂ ਆਡਾ ਲੈ ਰਿਹਾ ਹੈ। ਸਤਿਗੁਰਾਂ ਦੀ ਸ਼ਰਨ ਆਇਆ, ਅੱਖਾਂ ਤੋਂ ਦੁਬਾਰਾ ਦਿਸਣ ਲੱਗਾ। ਮਹਾਰਾਜ ਸਾਹਿਬ ਜੀ ਨੂੰ ਸਤ ਸੰਗ ਦੀ ਭਾਵਨਾ ਦੇ ਨਾਲ ਇਸਨੇ ਫਿਰ ਜਿਹੜੀ ਕਰਤਾਰਪੁਰ ਸਾਹਿਬ ਦੀ ਪਾਵਨ ਧਰਤੀ ਹੈ, ਇਹ ਆਪ ਇਹਨੇ ਭੇਟਾ ਵਜੋਂ ਦਿੱਤੀ ਤੇ ਮਹਾਰਾਜ ਸਾਹਿਬ ਜੀ ਨੇ ਉੱਥੇ ਨਗਰ ਵਸਾਇਆ, ਧਰਮਸ਼ਾਲਾ ਚਲਾਈ ਹੈ। ਇੱਥੇ ਹੁਣ ਸਤਿਗੁਰੂ ਮਹਾਰਾਜ ਸਾਹਿਬ ਜੀ ਖੇਤੀ ਕਰਦੇ ਕਰਵਾਉਂਦੇ। ਗਰੀਬ ਨਿਵਾਜ ਸਤਿਗੁਰੂ ਮਹਾਰਾਜ ਦਾ ਪਰਿਵਾਰ, ਸਾਡੇ ਜਗਤ ਮਾਤਾ ਸਿੱਖਾਂ ਦੇ ਧੰਨ ਮਾਤਾ ਮਾਤ ਸੁਲੱਖਣੀ ਜੀ ਵੀ ਇੱਥੇ ਆਪਣੇ ਸੁਪੁੱਤਰਾਂ ਸਮੇਤ ਪਹੁੰਚ ਗਏ। ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਇੱਕ ਦਿਨ ਅਰਦਾਸ ਕੀਤੀ, ਧੰਨ ਗੁਰੂ ਨਾਨਕ ਦੇਵ ਸਾਹਿਬ ਜੀਓ, ਆਪ ਜੀ ਦੇ ਪਾਵਨ ਚਰਨਾਂ ਨਾਲ ਜੁੜਨ ਕਰਕੇ ਸਾਰੀ ਲੁਕਾਈ ਦਾ ਉਧਾਰ ਹੋ ਗਿਆ ਹੈ। ਕਿਰਪਾ ਕਰਕੇ ਸਾਨੂੰ ਵੀ ਉਪਦੇਸ਼ ਬਖਸ਼ਿਸ਼ ਕਰੋ, ਸਾਡਾ ਵੀ ਪਾਰ ਉਤਾਰਾ ਕਰੋ। ਸਤ ਸੰਗਤ ਜੀ,
ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਜੀਵਨ ਦੇ ਵਿੱਚ ਇਹ ਪ੍ਰਸੰਗ ਆਉਂਦਾ। ਕਵੀ ਰਾਜ ਜੀ ਲਿਖਦੇ ਕਿ ਧੰਨ ਗੁਰੂ ਸਾਹਿਬ ਮਹਾਰਾਜ ਨੇ ਆਪਣੇ ਮਾਤਾ ਪਿਤਾ ਆਪਣੇ ਸੰਬੰਧੀਆਂ ਦੇ ਉੱਪਰ ਮੋਹ ਦੀ ਕਨਾਤ ਪਾਈ ਹੋਈ ਹੈ। ਸਾਰਾ ਜਗਤ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਚਰਨੀ ਲੱਗ ਕਰਕੇ ਤਰ ਗਿਆ। ਜਿਹੜੇ ਸੰਬੰਧੀ ਸਨ ਉਹ ਭਰਮ ਵਿੱਚ ਰਹੇ। ਮਾਤਾ ਪਿਤਾ ਨੂੰ ਵੀ ਮਹਾਰਾਜ ਨੇ ਅੰਤਲੇ ਸਮੇਂ ਬਖਸ਼ਿਸ਼ ਕਰ ਦਿੱਤੀ, ਮੁਕਤੀ ਦੀ ਦਾਤ ਬਖਸ਼ਿਸ਼ ਕਰ ਦਿੱਤੀ। ਔਰ ਇਸੇ ਤਰ੍ਹਾਂ ਆਪਣੇ ਸੱਸ ਸਹੁਰਾ ਸਾਹਿਬ ਨੂੰ ਵੀ ਇਹ ਮੁਕਤੀ ਦੀ ਦਾਤ ਅੰਤਲੇ ਸਮੇਂ ਉਪਦੇਸ਼ ਬਖਸ਼ਿਸ਼ ਕਰਕੇ ਦਿੱਤੀ। ਹੁਣ ਧੰਨ ਮਾਤਾ ਸੁਲੱਖਣੀ ਜੀ ਦੇ ਉੱਪਰ ਉਪਦੇਸ਼ ਕਰਕੇ ਬਖਸ਼ਿਸ਼ ਕਰਕੇ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਉਪਦੇਸ਼ ਕਰਕੇ ਨਿਹਾਲ ਕਰ ਰਹੇ। ਔਰ ਇਹ ਉਪਦੇਸ਼ ਉਹਨਾਂ ਜਗਿਆਸੂਆਂ ਵਾਸਤੇ ਵੀ ਹੈ ਜਿਹੜੇ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੇ ਚਰਨਾਂ ਦੇ ਵਿੱਚ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਬੈਠੇ ਹੋਏ ਗਰੀਬ ਨਵਾਜ ਨੂੰ ਬੇਨਤੀਆਂ ਕਰ ਰਹੇ ਹਨ। ਇਹ ਉਪਦੇਸ਼ ਅੱਜ ਸਾਡੇ ਵਾਸਤੇ ਵੀ ਹੈ। ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਨ ਦਾ ਢੰਗ ਕੀ ਅਰਦਾਸ ਕਰੀਏ ਤੇ ਕੀ ਉਹ ਬਖਸ਼ਿਸ਼ਾਂ ਮਾਲਕ ਕਰੇਗਾ। ਇਹ ਪਾਵਨ ਪਵਿੱਤਰ ਉਪਦੇਸ਼ ਸਰਬੱਤ ਸੰਗਤ ਮਨ ਚਿਤ ਬਿਰਤੀ ਕਾਗਰ ਕਰਕੇ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਧਨਾਸਰੀ ਮਹੱਲਾ ਪਹਿਲਾ। ਘਰ ਪਹਿਲਾ ਚੌਪਦੇ। ਧਨਾਸਰੀ ਰਾਗ ਹੈ। ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਉਪਦੇਸ਼ ਕਰ ਰਹੇ। ਘਰ ਪਹਿਲਾ ਸੁਰ ਤਾਰ ਪਹਿਲੇ ਵਿੱਚ ਤੇ 4 ਪਦਿਆਂ ਵਾਲਾ ਸਤ ਸੰਗਤ ਜੀ ਇਹ ਪਾਵਨ ਪਵਿੱਤਰ ਉਪਦੇਸ਼ ਹੈ ਗਰੀਬ ਨਵਾਜ ਜੀ ਦਾ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਸਭ ਤੋਂ ਪਹਿਲਾਂ ਸ਼ਬਦ ਦੀ ਆਰੰਭਤਾ ਤੋਂ ਪਹਿਲਾਂ ਮਹਾਰਾਜ ਸਾਹਿਬ ਜੀ ਨੇ ਮਹਾ ਮੰਤਰ ਉਚਾਰਨ ਕੀਤਾ ਹੈ। ਇੱਕ ਓੰਕਾਰ ਜੋ ਪ੍ਰਮਾਤਮਾ ਅਦੁੱਤੀ ਸਰੂਪ ਹੈ। ਅਦੁੱਤੀ ਦਾ ਭਾਵ ਜਿਹਦੇ ਵਰਗਾ ਕੋਈ ਦੂਜੀ ਕੋਈ ਤਾਕਤ ਕੋਈ ਸੱਤਾ ਕੋਈ ਸ਼ਕਤੀ ਨਹੀਂ ਹੈ। ਓੰਕਾਰ ਸਭ ਦਾ ਪ੍ਰਕਾਸ਼ਕ। ਓੰਕਾਰ ਦਾ ਭਾਵ ਜੋ ਸਤ ਸੰਗਤ ਜੀ ਕਹਿਣ ਮਾਤਰ ਸੇ ਜਿਹੜਾ ਉਹਦੇ ਪ੍ਰਮਾਤਮਾ ਦੇ ਨਾਮ ਨੂੰ ਜਪਦਾ ਉਹ ਪ੍ਰਮਾਤਮਾ ਉਸ ਜੀਵ ਦੀ ਰੱਖਿਆ ਕਰਦਾ ਹੈ। ਸਤਨਾਮ ਜਿਹੜਾ ਤ੍ਰਈ ਕਾਲ ਅਬਾਧ ਸਰੂਪ ਹੈ। ਸਤ ਦੀ ਵਿਆਖਿਆ ਕੀ ਹੈ? ਜਿਹੜਾ ਤਿੰਨੇ ਸਮਿਆਂ ਦੇ ਵਿੱਚ ਸਤ ਸੰਗਤ ਜੀ ਨਾਸ਼ ਰਹਿਤ ਹਸਤੀ ਦਾ ਮਾਲਕ ਹੈ। ਤੇ ਜਦੋਂ ਇਹ ਵਿਚਾਰ ਕਰਾਂਗੇ ਤੇ ਕੇਵਲ ਅਕਾਲ ਪੁਰਖ ਵਾਹਿਗੁਰੂ ਸਾਹਿਬ ਸੱਚੇ ਪਾਤਸ਼ਾਹ ਹੀ ਇੱਕ ਐਸੀ ਵਾਹਦ ਹਸਤੀ ਹੈ ਜੋ ਸਤ ਸਰੂਪ ਹੈ। ਬਾਕੀ ਸਮੁੱਚਾ ਜਗਤ ਸੰਸਾਰ ਸਭ ਬਿਨਸਨਹਾਰ ਹੈ। ਪਰਮਾਤਮਾ ਜੀ ਆਪ ਜੀ ਦਾ ਨਾਮ ਸੱਚ ਹੈ। ਆਪ ਪ੍ਰਸਿੱਧ ਹੋ। ਕਰਤਾ ਪੁਰਖ ਮਹਾਰਾਜ ਸਾਰੇ ਜਗਤ ਦੀ ਸ੍ਰਿਸ਼ਟੀ ਨੂੰ ਰਚਨਹਾਰਾ ਬਣਾਉਣ ਵਾਲਾ ਆਪ ਹੋ ਅਕਾਲ ਪੁਰਖ ਵਾਹਿਗੁਰੂ ਜੀ। ਮਹਾਰਾਜ ਸੱਚੇ ਪਾਤਸ਼ਾਹ ਪ੍ਰਸਿੱਧ ਹੋ ਆਪ ਜੀ। ਨਿਰਭਉ ਨਿਰਵੈਰ ਆਪ ਜੀ ਮਹਾਰਾਜ ਨਾ ਤਾਂ ਆਪ ਜੀ ਕਿਸੇ ਡਰ ਵਿੱਚ ਹੋ ਭੈ ਵਿੱਚ ਵੀ ਕੋਈ ਨਹੀਂ ਹੋ ਤੇ ਨਾ ਕਿਸੇ ਨੂੰ ਆਪਣੀ ਤਾਕਤ ਕਰਕੇ ਮਹਾਰਾਜ ਸੱਤਾ ਕਰਕੇ ਡਰਾਉਂਦੇ ਕੋਈ ਨਹੀਂ ਹੋ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੋ ਸਤਿਗੁਰੂ ਗਰੀਬ ਨਿਵਾਜ ਸਾਹਿਬ ਜੀ ਦੇ ਸਤ ਸੰਗਤ ਜੀ ਆਪਾਂ ਜੀਵਨ ਵਿੱਚ ਪੜ੍ਹਦੇ ਹਾਂ। ਨਾ ਸਤਿਗੁਰੂ ਗਰੀਬ ਨਿਵਾਜ ਔਰੰਗਜ਼ੇਬ ਦੀ ਤਾਕਤ ਤੋਂ ਡਰੇ ਨਾ ਮਹਾਰਾਜ ਸਾਹਿਬ ਜੀ ਨੇ ਆਪਣੀ ਕਰਾਮਾਤ ਕਰਕੇ ਇਹਨਾਂ ਨੂੰ ਡਰਾਇਆ। ਮਹਾਰਾਜ ਦੀ ਇਹ ਅਵਸਥਾ ਹੈ। ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਜਿਨ੍ਹਾਂ ਦੇ ਪ੍ਰਥਾਏ ਜਿਨ੍ਹਾਂ ਨੂੰ ਸਮਰਪਿਤ ਸਤਿਗੁਰਾਂ ਦੀ ਸ਼ਹੀਦੀ ਨੂੰ ਸਮਰਪਿਤ ਇਹ ਪ੍ਰੋਗਰਾਮ ਉਲੀਕੇ ਗਏ। ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਚਾਰੋਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਇਹ ਪ੍ਰੋਗਰਾਮ ਹੋ ਰਹੇ ਹਨ। ਕੀ ਬਖਸ਼ਿਸ਼ ਹੈ ਉਹਨਾਂ ਦੇ ਕੋਲ ਸਾਧ ਸੰਗਤ ਜੀ ਜਿਹੜੇ ਗੁਣ ਪ੍ਰਮਾਤਮਾ ਦੇ ਵਿੱਚ ਹਨ। ਉਹੀ ਅਵਸਥਾ ਪ੍ਰਭੂ ਦੇ ਪਿਆਰਿਆਂ ਦੀ ਹੈ। ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨਾ ਡਰੇ ਨਾ ਡਰਾਇਆ। ਨਾ ਸਾਹਿਬਜ਼ਾਦਿਆਂ ਨੇ ਸਾਧ ਸੰਗਤ ਜੀ ਵਜੀਦ ਖਾਨ ਦੀ ਡਰ ਨੂੰ ਉਹਦੇ ਭੈ ਨੂੰ ਮੰਨਿਆ ਨਹੀਂ ਹੈ। ਸਤਿਗੁਰੂ ਫਰਮਾਉਂਦੇ ਭੈ ਕਾਹੂ ਕੋ ਦੇਤ ਨਹਿ ਨਹਿ ਭੈ ਮਾਨ ਧਿਆਨ ਕਹੋ ਨਾਨਕ ਸੁਨ ਰੇ ਮਨਾ ਗਿਆਨੀ ਤਾਹੇ ਵਖਾਨ। ਇਹ ਗਿਆਨਵਾਨ ਪੁਰਖ ਦੀ ਨਿਸ਼ਾਨੀ ਹੈ। ਇੱਥੇ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਦੇ ਹੈ ਅਕਾਲ ਪੁਰਖ ਵਾਹਿਗੁਰੂ ਜੀ ਆਪ ਜੀ ਵੈਰ ਰਹਿਤ ਹੋ
ਨਾ ਕਿਸੇ ਨਾਲ ਵੈਰ ਭਾਵ ਕਰਦੇ ਤੇ ਨਾ ਕਿਸੇ ਤੋਂ ਡਰਦੇ ਹੋ। ਫਿਰ ਆਪ ਜੀ ਦਾ ਜਿਹੜਾ ਸਰੂਪ ਕੈਸਾ ਹੈ, ਅਕਾਲ ਮੂਰਤ, ਮਹਾਰਾਜ ਮੌਤ ਤੋਂ ਰਹਿਤ ਹੋ ਆਪ ਜੀ ਦਾ ਸਰੂਪ ਹੀ ਐਸਾ ਹੈ। ਅਜੂਨੀ ਸਹਿ ਭੰਗ, ਜੂਨਾ ਤੋਂ ਰਹਿਤ ਹੋ, ਸਹਿ ਭੰਗ ਭਾਵ ਕੇ ਸੁਤੇ ਪ੍ਰਕਾਸ਼ ਹੋ। ਮਹਾਰਾਜ ਇਹ ਆਪ ਜੀ ਦੀ ਅਵਸਥਾ ਹੈ ਜੀ। ਗਰੀਬ ਨਵਾਜ ਜੀ, ਜਿਉ ਡਰਤ ਹੈ ਆਪਣਾ, ਕੈਸਿਓ ਕਰੀ ਪੁਕਾਰ। ਜਗਿਆਸੂ ਮੁਖ ਦੇ ਦੁਆਰਾ ਔਰ ਧੰਨ ਮਾਤਾ ਮਾਤ ਸੁਲੱਖਣੀ ਜੀ ਦੇ ਦੁਆਰਾ ਸਤ ਸੰਗਤ ਜੀ ਇਹ ਬੇਨਤੀ ਹੈ। ਜਿਉ ਡਰਤ ਹੈ ਆਪਣਾ, ਇਹ ਜਿਹੜਾ ਜੀਵ ਹੈ ਇਹ ਅੰਦਰੋਂ ਡਰ ਸਹਿਤ ਹੈ। ਕਾਹਦੇ ਵਾਸਤੇ ਡਰਦਾ ਹੈ ਕਿ ਇਹ ਜਿਹੜਾ ਮਾਰਗ ਹੈ ਨਾ, ਪਰਮਾਤਮਾ ਨੂੰ ਮਿਲਣ ਦਾ ਬੜਾ ਕਠਿਨ ਹੈ। ਔਰ ਅੱਗੇ ਇਸ ਮਨੁੱਖ ਨੂੰ ਡਰ ਪੈਦਾ ਹੈ ਕਿ ਮੈਂ ਸੰਸਾਰ ਨੂੰ ਛੱਡ ਕਰਕੇ ਜਿੱਥੇ ਜਾਣਾ, ਮਹਾਰਾਜ ਬਾਣੀ ਦੇ ਵਿੱਚ ਫਰਮਾਉਂਦੇ, ਆਗੇ ਜਮਦਲ ਬਿਖਮ ਘਣਾ, ਅੱਗੇ ਮੌਤ ਡਰਾਵੇ ਦਿੰਦੀ ਹੈ। ਜਮ ਜਿਹੜੇ ਹਨ ਉਹ ਭੈ ਭੀਤ ਕਰਦੇ ਹਨ। ਡਰ ਹੈ ਮਨ ਦੇ ਵਿੱਚ, ਖੌਫ ਹੈ, ਤੇ ਕਿਹਦੇ ਅੱਗੇ ਅਸੀਂ ਅਰਦਾਸ ਕਰੀਏ, ਪੁਕਾਰ ਕਿਹਦੇ ਅੱਗੇ ਕਰੀਏ, ਪੁਕਾਰ ਕਿਹਨੂੰ ਕਰੀਏ? ਇਹ ਸਤਿਗੁਰੂ ਮਹਾਰਾਜ ਨੂੰ ਬੇਨਤੀ ਹੈ, ਪ੍ਰਸ਼ਨ ਹੈ ਜੀ ਜਗਿਆਸੂ ਮੁਖ ਦਾ। ਦੁਖ ਵਿਸਾਰਨ ਸੇਵਿਆ, ਸਦਾ ਸਦਾ ਦਾਤਾਰ। ਅਰਦਾਸ ਕਿਹਦੇ ਅੱਗੇ ਕਰਨੀ? ਜਿਹੜਾ ਦੁੱਖਾਂ ਨੂੰ ਕੱਟ ਦੇਣ ਵਾਲਾ, ਦੁੱਖਾਂ ਨੂੰ ਭੁਲਾ ਦੇਣ ਵਾਲਾ, ਜਿਹੜਾ ਸਦਾ ਕਿਰਪਾਲੂ ਸੁਭਾਅ ਦਾ ਮਾਲਕ ਹੈ। ਪਰਮਾਤਮਾ ਤੋਂ, ਅਕਾਲ ਪੁਰਖ ਵਾਹਿਗੁਰੂ ਤੋਂ ਬਿਨਾਂ ਇਸ ਜੀਵ ਦਾ ਸਤ ਸੰਗ ਜੀ ਕੋਈ ਦੁੱਖ ਕੱਟਣ ਦੇ ਵਿੱਚ ਸਮਰੱਥ ਨਹੀਂ ਹੈ। ਅਕਾਲ ਪੁਰਖ ਵਾਹਿਗੁਰੂ ਦਾ ਦਰ ਘਰ, ਸਤਿਗੁਰੂ ਦਾ ਦਰ ਘਰ ਹੀ ਇੱਕ ਐਸਾ ਦਰ ਹੈ ਜਿੱਥੇ ਇਸ ਜੀਵ ਦਾ ਸਤ ਸੰਗ ਜੀ ਡਰ ਚੁੱਕਿਆ ਜਾਂਦਾ ਹੈ। ਪ੍ਰਭ ਕੀ ਸ਼ਰਨ ਸਗਲ ਭੈ ਲਾਥੇ, ਦੁੱਖ ਬਿਨ ਸੇ ਸੁਖ ਪਾਇਆ। ਪਰਮਾਤਮਾ ਦੀ ਪਾਵਨ ਸ਼ਰਨ ਦੇ ਵਿੱਚ ਸਮੁੱਚੇ ਡਰ ਭੈ ਖੌਫ ਖਤਮ ਹੋ ਜਾਂਦੇ ਹਨ। ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਹਮੇਸ਼ਾ ਹੀ ਕਿਰਪਾਲੂ ਦਿਆਲੂ ਸੁਭਾਅ ਵਾਲੇ ਹੋ, ਸਦਾ ਦਾਤੇ ਸਰੂਪ ਹੋ। ਆਪ ਜੀ ਦਾ ਦਾਨ ਦਿੱਤੀ ਹੋਈ ਬਖਸ਼ਿਸ਼ ਸਾਰਾ ਜਗਤ ਖਾ ਰਿਹਾ, ਭੋਗ ਰਿਹਾ, ਪੁੰਚ ਰਿਹਾ ਹੈ। ਮਹਾਰਾਜ ਦੁੱਖਾਂ ਨੂੰ ਤੁਸੀਂ ਨਿਵਰਤ ਕਰ ਦਿੰਦੇ ਹੋ। ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਕਿਰਪਾਲੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਦੇ ਵਿੱਚ ਇੱਕ ਸਾਧ ਸੰਗਤ ਜੀ ਇਸੇ ਤਰ੍ਹਾਂ ਅਰਜ਼ੋਈ ਲੈ ਕਰਕੇ ਇੱਕ ਪ੍ਰੇਮੀ ਪਹੁੰਚਿਆ ਹੈ। ਇਹ ਪ੍ਰੇਮੀ ਕੌਣ ਹੈ? ਦੀਪਾਲਪੁਰ ਦੀ ਰਿਆਸਤ ਦੇ ਵਿੱਚੋਂ ਚੱਲ ਕਰਕੇ ਆਇਆ। ਇਹ ਉਹ ਬੰਦਾ ਹੈ ਜਿਹਨੂੰ ਜਦੋਂ ਇਹਦਾ ਜਨਮ ਹੋਇਆ ਤੇ ਘਰ ਵਾਲਿਆਂ ਨੇ ਇਹਦਾ ਨਾਮ ਰੱਖਿਆ ਸੀ ਪ੍ਰੇਮ ਚੰਦ। ਪਰ ਜਦੋਂ ਇਹਦੀ ਸੰਗਤ, ਇਹਦੀ ਉੱਠਣੀ ਬੈਠਣੀ ਮਾੜੇ ਲੋਕਾਂ ਵਿੱਚ ਹੋ ਗਈ, ਤਨ ਤੇ ਸਰੀਰ ਤੇ ਕੋੜ੍ਹ ਦਾ ਰੋਗ ਪੈਦਾ ਹੋ ਗਿਆ। ਰੋਗ ਉਤਪੰਨ ਹੋਣ ਕਰਕੇ ਘਰ ਵਾਲਿਆਂ ਨੇ ਵਿਸਾਰ ਦਿੱਤਾ, ਘਰ ਵਾਲੀ ਵੀ ਸਾਥ ਛੱਡ ਗਈ ਇਸ ਦਾ। ਆਖਰਕਾਰ ਇੰਨਾ ਦੁਨੀਆ ਤੋਂ ਨਿਰਾਸ਼ ਹੋਇਆ, ਇੱਕ ਖੂਹ ਦੇ ਕੰਢੇ ਤੇ ਜਾ ਕਰਕੇ ਬੈਠ ਗਿਆ ਔਰ ਦਿਲ ਕਰਦਾ ਕਿ ਆਪਣੀ ਆਤਮ ਹੱਤਿਆ ਕਰ ਲਵਾਂ। ਪਰ ਇਹਦੇ ਭਾਗ ਜਾਗ ਗਏ। ਜਿਉ ਡਰਤ ਹੈ ਆਪਣਾ, ਕੈਸਿਓ ਕਰੀ ਪੁਕਾਰ, ਦੁਖ ਵਿਸਾਰਨ ਸੇਵਿਆ, ਸਦਾ ਸਦਾ ਦਾਤਾਰ। ਅਰਦਾਸ ਕਿਹਦੇ ਅੱਗੇ ਕਰਨੀ? ਜਿਹੜਾ ਦੁੱਖਾਂ ਨੂੰ ਖਤਮ ਕਰ ਦੇਣ ਵਾਲਾ ਸਮਰੱਥ ਸਤਿਗੁਰੂ ਹੈ। ਭਾਗੇ ਜਾਗੇ ਦੂਰ ਦੇਸ਼ ਤੋਂ ਸੰਗਤਾਂ ਧੰਨ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਪਹੁੰਚ ਰਹੀਆਂ। ਸ਼ਬਦਾਂ ਦੀ ਧਾਰਨਾ ਪੜ੍ਹਦੀ ਹੋਈ ਸੰਗਤ ਆਉਂਦੀ ਹੈ। ਸਾਹਿਬ ਨਿਮਾਣਿਆਂ ਕਾ ਮਾਣ, ਸਾਹਿਬ ਨਿਤਾਣਿਆਂ ਕਾ ਤਾਣ। ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਮਨ ਦੇ ਵਿੱਚ ਆਸ ਦੀ ਕਿਰਨ ਜਾਗੀ। ਜੇ ਗੁਰੂ ਨਿਮਾਣਿਆਂ ਨੂੰ ਮਾਣ ਦਿੰਦਾ ਹੈ, ਨਿਰਬਲਿਆਂ ਨੂੰ ਬਲ ਬਖਸ਼ਿਸ਼ ਕਰਦਾ, ਤੇ ਕਿਉਂ ਨਾ ਗੁਰੂ ਦੀ ਸ਼ਰਨ ਜਾ ਕੇ ਪਕੜੀ ਜਾਵੇ। ਸੰਗਤ ਦੇ ਇਹ ਪਿੱਛੇ ਪਿੱਛੇ ਚੱਲਦਾ ਹੋਇਆ ਕਿੱਥੇ ਪਹੁੰਚਿਆ? ਗੋਂਦਵਾਲ ਸਾਹਿਬ ਦੀ ਧਰਤੀ ਤੇ ਸਤ ਸੰਗਤ ਜੀ। ਔਰ ਜਦੋਂ ਇਹ ਆਇਆ, ਸੰਗਤ ਤਾਂ ਅੱਗੇ ਸਤਿਗੁਰਾਂ ਦੇ ਦਰਬਾਰ ਵਿੱਚ ਪਹੁੰਚ ਗਈ। ਇਹ ਮਹਾਰਾਜ ਸਾਹਿਬ ਜੀ ਦੇ ਦਰਬਾਰ ਦੇ ਮੁੱਖ ਦਰਵਾਜ਼ੇ ਤੇ ਸਤ ਸੰਗਤ ਜੀ ਬਾਹਰ ਹੀ ਬੈਠ ਗਿਆ, ਜਿੱਥੇ ਹੋਰ ਵੀ ਮੰਗਣਹਾਰੇ ਮੰਗਤੇ ਬੈਠੇ ਰਹਿੰਦੇ। ਪਰ ਸੰਗਤ ਜਿਹੜੀ ਹੈ, ਜਦੋਂ ਇਹਦੇ ਕੋਲ ਸਿੱਖ ਲੰਘਦੇ ਨੇ, ਆਉਂਦੇ ਜਾਂਦੇ ਸਤ ਸੰਗਤ ਜੀ ਕੀ ਸੁਣਦੇ? ਆਪਣੇ ਮੁਖ ਤੋਂ ਇੱਕੋ ਹੀ ਧਾਰਨਾ ਪੜ੍ਹਦਾ ਰਹਿੰਦਾ। ਉਹ ਧਾਰਨਾ ਕੀ ਸੀ? ਕਿਉਂਕਿ ਸਾਰਾ ਸਰੀਰ ਇਹਦਾ ਕੋੜ ਕਰਕੇ ਗਲ ਚੁੱਕਾ ਸੀ। ਸਰੀਰ ਬੜਾ ਭਿਆਨਕ ਮੰਜਰ ਹੋਇਆ ਪਿਆ। ਆਪਣੇ ਮੂੰਹ ਤੋਂ ਪੜ੍ਹਦਾ ਕਹਿੰਦਾ, ਉੱਚੀ ਪੁਕਾਰ ਕਰਕੇ
ਸੁਣੋ ਜਹਾਨਾ ਕਹੋ ਵਡੇਰ, ਮੇਰਾ ਗਿਆ ਛੋਟਾ ਲੱਦਾ ਫੇਰ। ਪੁਕਾਰ ਕੇ ਕਹਿੰਦਾ ਮੇਰਾ ਗਿਆ ਹੋਇਆ ਸਰੀਰ ਇਹ ਵਾਪਸ ਮੁੜਾਇਆ। ਸਿੱਖਾਂ ਨੇ ਬੇਨਤੀ ਕੀਤੀ, ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ, ਆਪ ਜੀ ਦੇ ਦਰਵਾਜ਼ੇ ਤੇ ਬਾਹਰ ਇੱਕ ਪ੍ਰੇਮੀ ਆਇਆ ਹੈ, ਉਹ ਪੁਕਾਰਾਂ ਕਰਦਾ ਰਹਿੰਦਾ, ਕਿਰਪਾ ਕਰਕੇ ਸੱਚੇ ਪਾਤਸ਼ਾਹ ਜੀ ਉਹਦੇ ਤੇ ਦਇਆ ਕਰਕੇ, ਉਹਨੂੰ ਰਹਿਮਤ ਕਰਕੇ ਉਹਨੂੰ ਨਿਹਾਲ ਕਰ ਦਿਓ। ਮਹਾਰਾਜ ਸਾਹਿਬ ਜੀ ਨੇ ਆਪਣੀ ਹਜ਼ੂਰੀ ਵਿੱਚ ਬੁਲਾਇਆ, ਸਿੱਖਾਂ ਨੂੰ ਉਪਦੇਸ਼ ਦਿੱਤਾ, ਬਚਨ ਕੀਤਾ, ਜਾਓ ਬੌਲੀ ਸਾਹਿਬ ਦਾ ਜਲ ਲਿਆ ਕੇ ਇਹਦਾ ਇਸ਼ਨਾਨ ਕਰਵਾਓ। ਇਸ਼ਨਾਨ ਕਰਵਾਇਆ ਤੇ ਸਰੀਰ ਕੰਚਨ ਵਰਗਾ ਹੋ ਗਿਆ ਸਤ ਸੰਗਤ ਜੀ। ਇਸ ਦਾ ਸੱਚੇ ਪਾਤਸ਼ਾਹ ਕਹਿਣ ਲੱਗੇ, ਸਿੱਖ ਕਹਿੰਦੇ ਮਹਾਰਾਜ ਤੇ ਲਾੜੇ ਵਰਗਾ ਲੱਗ ਰਿਹਾ ਹੈ। ਸਤਿਗੁਰੂ ਕਹਿਣ ਲੱਗੇ ਇਹ ਲਾੜੇ ਵਰਗਾ ਤੇ ਫਿਰ ਇਸ ਤਰ੍ਹਾਂ ਕਰੋ, ਕੋਈ ਸਿੱਖ ਉੱਠ ਕਰਕੇ ਆਪਣੀ ਧੀ ਦਾ ਆਪਣੀ ਪੁੱਤਰੀ ਦਾ ਨਾਤਾ ਇਸ ਨਾਲ ਜੋੜੋ। ਸਾਰੇ ਸਿੱਖਾਂ ਦੀਆਂ ਨੀਵੀਆਂ ਪੈ ਗਈਆਂ, ਉਹਨਾਂ ਦੇ ਵਿੱਚੋਂ ਇੱਕੋ ਹੀ ਗੁਰੂ ਕਾ ਸਿੱਖ ਭਾਈ ਸ਼ੀਹਾਂ ਉੱਠਿਆ, ਮਹਾਰਾਜ ਸਾਹਿਬ ਜੀ ਦਾ ਬਚਨ ਮੰਨਿਆ, ਆਪਣੀ ਪੁੱਤਰੀ ਦਾ ਰਿਸ਼ਤਾ ਦੇ ਨਾਲ ਕਰਨ ਦੀ ਸਤ ਸੰਗਤ ਜੀ ਹਾਮੀ ਭਰ ਦਿੱਤੀ। ਔਰ ਇਹਦੀ ਘਰਵਾਲੀ ਸਿੱਖ ਦੀ ਪਤਨੀ ਨੂੰ ਪਤਾ ਲੱਗਾ, ਕਹਿਣ ਲੱਗੀ ਗੁਰੂ ਅਮਰਦਾਸ ਜੀ ਮੇਰੀ ਪੁੱਤਰੀ ਦਾ ਨਾਤਾ ਤੁਸੀਂ ਕੋਹੜੇ ਨਾਲ ਕਰ ਰਹੇ ਹੋ। ਸਤ ਸੰਗਤ ਜੀ ਸਤਿਗੁਰੂ ਕਹਿਣ ਲੱਗੇ ਇਹ ਮੇਰਾ ਪੁੱਤਰ ਹੈ। ਬਖਸ਼ਿਸ਼ ਕੀਤੀ, ਨਾਮ ਰੱਖਿਆ ਮੱਥੋ ਮੁਰਾਰੀ। ਔਰ ਮਹਾਰਾਜ ਨੇ ਬਚਨ ਕਿਹਾ ਜਿਹੜਾ ਇਹਨਾਂ ਦਾ ਨਾਮ ਜਪੇਗਾ ਉਹਨੂੰ ਜਮਾਂ ਦਾ ਘਰ ਨਹੀਂ ਦੇਖਣਾ ਪਵੇਗਾ। ਇਹ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੀਆਂ ਬਖਸ਼ਿਸ਼ਾਂ ਨੇ। ਅਰਦਾਸ ਉਸ ਅੱਗੇ ਕਰਨੀ ਜਿਹੜਾ ਦੁੱਖ ਕੱਟਣ ਵਿੱਚ ਸਮਰੱਥ ਹੈ। ਜਿਸ ਵੀ ਮਨੁੱਖ ਨੇ, ਜਿਸ ਵੀ ਗੁਰੂ ਕੇ ਪਿਆਰੇ ਨੇ ਅਰਦਾਸ ਗੁਰੂ ਚਰਨਾਂ ਵਿੱਚ ਕਰ ਦਿੱਤੀ, ਉਹਦੇ ਦੁੱਖ ਸਾਧ ਸੰਗਤ ਜੀ ਕੱਟੇ ਜਾਂਦੇ। ਜਿਵੇਂ ਸਤਿਗੁਰਾਂ ਨੇ ਪ੍ਰੇਮੇ ਕੋਹੜੀ ਦੇ ਦੁੱਖ ਕੱਟ ਦਿੱਤੇ। ਉਹ ਸਦਾ ਕਿਰਪਾਲੂ ਤੇ ਦਿਆਲੂ ਸੁਭਾਅ ਦਾ ਮਾਲਕ ਹੈ ਸੱਚੇ ਪਾਤਸ਼ਾਹ ਜੀ। ਸਾਹਿਬ ਮੇਰਾ ਨੀਤ ਨਵਾ, ਸਦਾ ਸਦਾ ਦਾਤਾਰ। ਸਤਿਗੁਰੂ ਫਰਮਾਉਂਦੇ ਉਹ ਮੇਰਾ ਸਾਹਿਬ ਭਾਵ ਮਾਲਕ ਜੋ ਪ੍ਰਮਾਤਮਾ ਹੈ ਉਹ ਨਿਤ ਨਵਾਂ ਸਾਹਿਬ ਹੈ। ਕਿਉਂਕਿ ਸੱਚ ਜੋ ਮਹਾਰਾਜ ਸਾਹਿਬ ਜੀ ਨੇ ਮੂਲ ਮੰਤਰ ਦੇ ਆਖਿਆ, ਪ੍ਰਮਾਤਮਾ ਸੱਚ ਹੈ ਤੇ ਸੱਚ ਦੀ ਵਿਆਖਿਆ ਇਹ ਹੈ ਸਤ ਸੰਗਤ ਜੀ, ਸੱਚ ਪੁਰਾਣਾ ਹੋਵੇ ਨਾਹੀਂ। ਸੱਚ ਕਦੇ ਪੁਰਾਣਾ ਹੋ ਹੀ ਨਹੀਂ ਸਕਦਾ। ਪਰਮਾਤਮਾ ਸਤ ਸੰਗਤ ਜੀ ਕਦੇ ਪੁਰਾਣਾ ਨਹੀਂ ਹੋ ਸਕਦਾ। ਉਹ ਸਾਹਿਬ ਪਰਮਾਤਮਾ ਨਿਤ ਨਵਾਂ ਹੈ, ਅਕਾਲ ਪੁਰਖ ਵਾਹਿਗੁਰੂ। ਉਹਦੀ ਸ਼ੋਭਾ, ਉਹਦੀ ਵਡਿਆਈ ਨਿਤ ਨਵੀਂ ਹੈ ਦਾਤੇ ਦੀ, ਜਿਹੜਾ ਸਾਰੇ ਜਗਤ ਨੂੰ ਪਰਮਾਤਮਾ ਦਾਤਾ ਕਰਨ ਵਾਲਾ। ਮਹਾਰਾਜ ਕਹਿੰਦੇ ਵੱਡਾ ਦਾਤਾ ਤਿਲ ਨਾ ਤਮਾਏ। ਉਹ ਵੱਡਾ ਦਾਤਾ ਹੈ, ਸਾਰੇ ਸੰਸਾਰ ਨੂੰ ਆਦਿ ਕਾਲ ਤੋਂ ਹੀ ਦਾਤਾਂ ਬਖਸ਼ਿਸ਼ਾਂ ਕਰਨ ਵਾਲਾ ਜੋ ਹੈ। ਰਹਾਉ ਵਿਸ਼ਰਾਮ ਦੇ ਕਰਕੇ ਸਤਿਗੁਰੂ ਮਹਾਰਾਜ ਜੀ ਫਰਮਾਉਂਦੇ ਹਨ, ਅਨ ਦਿਨ ਸਾਹਿਬ ਸੇਵੀਐ, ਅੰਤ ਛਡਾਏ ਸੋਏ। ਪਹਿਲੇ ਆਰੰਭਤਾ ਦੇ ਵਿੱਚ ਹੈ ਕਿ ਮੇਰਾ ਦਿਲ ਡਰਦਾ ਹੈ, ਜੀਉ ਡਰਤ ਹੈ ਆਪਣਾ, ਕੈਸਿਓ ਕਰੀ ਪੁਕਾਰ। ਸਤਿਗੁਰੂ ਫਰਮਾਉਂਦੇ ਜਿਹੜਾ ਇਹ ਅੰਦਰ ਡਰ ਹੈ ਨਾ, ਇਹ ਡਰ ਖਤਮ ਤੇਰਾ ਪ੍ਰਮਾਤਮਾ ਦੇ ਦਰ ਘਰ ਵਿੱਚ ਜਾ ਕੇ ਹੋਵੇਗਾ। ਕਿਉਂ? ਪ੍ਰਮਾਤਮਾ ਅਨ ਦਿਨ ਸਾਹਿਬ ਸੇਵੀਆ, ਅੰਤ ਛਡਾਏ ਸੋਏ। ਪ੍ਰਮਾਤਮਾ ਨੂੰ ਦਿਨ ਰਾਤ ਅਕਾਲ ਪੁਰਖ ਵਾਹਿਗੁਰੂ ਨੂੰ ਯਾਦ ਕਰੋ ਤਾਂ ਕਿ ਅੰਤ ਵੇਲੇ ਤੁਹਾਡੀ ਸਹਾਇਤਾ ਹੋਵੇਗੀ। ਪ੍ਰਮਾਤਮਾ ਜਮਾਂ ਦੀ ਮਾਰ ਤੋਂ ਸਤ ਸੰਗਤ ਜੀ ਬਚਾ ਲਵੇਗਾ। ਪ੍ਰਮਾਤਮਾ ਦੇ ਨਾਮ ਵਿੱਚ ਬਲ ਏਡਾ ਵੱਡਾ ਹੈ, ਏਡੀ ਬਰਕਤ ਹੈ। ਮਨੁੱਖ ਦੇ ਜੀਵਨ ਦੇ ਵਿੱਚ ਸਤ ਸੰਗਤ ਜੀ ਨਾਮ ਜਪਦਿਆਂ, ਭਗਤੀ ਕਰਦਿਆਂ, ਭਾਵੇਂ ਪਰਾ ਲਬਧ ਦੇ ਅਨੁਸਾਰ, ਭਾਵੇਂ ਇਸ ਜੀਵਨ ਦੇ ਵਿੱਚ ਅਸੀਂ ਜੀਵਨ ਮੁਕਤੀ ਦਾ ਆਨੰਦ ਪ੍ਰਾਪਤ ਨਾ ਵੀ ਕਰ ਸਕੀਏ, ਪਰ ਪ੍ਰਮਾਤਮਾ ਦੀ ਇਹ ਬਖਸ਼ਿਸ਼, ਜਿਹੜੇ ਨਾਮ ਜਪਣ ਵਾਲੇ, ਗੁਰੂ ਕੀ ਰਹਿਤ ਮਰਜ਼ਾਦਾ ਵਿੱਚ ਚੱਲਣ ਵਾਲੇ, ਜਿਹੜੇ ਸਤਿਗੁਰੂ ਮਹਾਰਾਜ ਦਾ ਨਾਮ ਧਾਰਨ ਕਰਦੇ, ਉਹਨਾਂ ਤੇ ਕੀ ਬਖਸ਼ਿਸ਼ ਹੋਵੇਗੀ। ਅੰਤ ਛਡਾਏ ਸੋਏ। ਅੰਤ ਕਾਲ ਪ੍ਰਮਾਤਮਾ ਸਤ ਸੰਗਤ ਜੀ ਛਡਾ ਲੈਣਗੇ। ਸਤਿਗੁਰੂ ਫਰਮਾਉਂਦੇ ਜਨ ਨਾਨਕ ਐਸਾ ਹਰ ਸੇਵਿਆ, ਅੰਤ ਲੈ ਛਡਾਇਆ। ਸਤਿਗੁਰੂ ਕਹਿੰਦੇ ਜਿਹੜਾ ਅੰਤ ਕਾਲ ਤੇਰੀ ਰੱਖਿਆ ਕਰੇਗਾ ਪ੍ਰਮਾਤਮਾ, ਭਾਈ ਤੇਰਾ ਡਰ ਇਸ ਤਰ੍ਹਾਂ ਦੂਰ ਹੋ ਸਕੇਗਾ। ਉਦਾਂ ਇਸ ਡਰ ਤੋਂ ਬਚਣ ਦਾ ਕੋਈ ਸਾਧਨ ਕੋਈ ਨਹੀਂ ਹੈ। ਡਰ ਉਸ ਨਿਰਭਉ ਰਹਿਤ, ਭਉ ਤੋਂ ਰਹਿਤ ਜੋ ਸਤ ਸੰਗਤ ਜੀ ਨਿਰਭਉ ਪਦਵੀ ਦਾ ਮਾਲਕ ਪ੍ਰਮਾਤਮਾ, ਉਹਦੇ ਨਾਮ ਨਾਲ ਜੁੜਨ ਕਰਕੇ ਤੁਹਾਡਾ ਡਰ ਖਤਮ ਹੋ ਸਕਦਾ। ਇਹ ਜਗਿਆਸੂਆਂ ਨੂੰ ਔਰ ਜਗਤ ਮਾਤਾ ਮਾਤਾ ਸੁਲੱਖਣੀ ਜੀ ਨੂੰ ਮਹਾਰਾਜ ਸਾਹਿਬ ਜੀ ਦਾ ਉਪਦੇਸ਼ ਹੈ। ਸ਼ਰਤ ਇਹ ਹੈ ਕਿ ਦਿਨ ਰਾਤ ਪ੍ਰਮਾਤਮਾ ਦੀ ਪਾਵਨ ਪਵਿੱਤਰ ਸਿਫਤ ਕਰੋ, ਅਕਾਲ ਪੁਰਖ ਵਾਹਿਗੁਰੂ ਦੀ। ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਨੇ
ਮਾਲਵੇ ਦੀ ਧਰਤੀ ਤੇ ਭਾਈ ਦਾਨੇ ਨੂੰ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕੀਤੀ। ਮਹਾਰਾਜ ਕਹਿਣ ਲੱਗੇ, ਭਾਈ ਦਾਨਿਆ, ਆ ਕੇਸਾਂ ਨੂੰ ਰੱਖ, ਕੇਸਾਂ ਦੀ ਸੰਭਾਲ ਕਰ, ਦਾੜਾ ਕੇਸ ਰੱਖ, ਤੇਰੀ ਅਸੀਂ ਰੱਖਿਆ ਕਰਾਂਗੇ। ਮਹਾਰਾਜ ਕਹਿਣ ਲੱਗੇ, ਜਿਹੜਾ ਸਾਡਾ ਸਿੱਖ ਕੇਸਾ ਧਾਰੀ ਰਹਿਤ ਮਰਜ਼ਾਦਾ ਵਿੱਚ ਚੱਲਦਾ ਹੈ, ਉਹਨੂੰ ਅਸੀਂ ਜਮਾਂ ਦੇ ਘਰ ਨਹੀਂ ਜਾਣ ਦਿੰਦੇ, ਅੰਤਕਾਲ ਉਹਦੀ ਰੱਖਿਆ ਅਸੀਂ ਕਰਦੇ। ਅੰਤ ਨੂੰ ਪ੍ਰਮਾਤਮਾ ਤੁਹਾਡੀ ਰੱਖਿਆ ਆਪ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਕਰਨਗੇ। ਜਿਹੜਾ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਦੇ ਨਾਮ ਨਾਲ ਜੁੜ ਜਾਵੇਗਾ ਜੀ। ਸੁਣ ਸੁਣ ਮੇਰੀ ਕਾਮਣੀ, ਪਾਰ ਉਤਾਰਾ ਹੋਏ। ਹੇ ਭਾਈ, ਮੇਰੀ ਕਾਮਣੀ ਨਾਮ ਹੈ ਬੁੱਧੀ ਦਾ। ਕਾਮਣੀ ਇੱਥੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਆਪਣੀ ਧਰਮ ਸੁਪਤਨੀ, ਆਪਣੇ ਮਹਿਲ ਜਗਤ ਮਾਤਾ ਮਾਤ ਸੁਲੱਖਣੀ ਜੀ ਨੂੰ ਕਹਿ ਰਹੇ ਹਨ। ਪਾਰ ਉਤਾਰਾ ਭਾਈ ਇਸ ਤਰੀਕੇ ਨਾਲ ਹੋਵੇਗਾ, ਪ੍ਰਮਾਤਮਾ ਦੇ ਨਾਮ ਨੂੰ ਜਪਣ ਕਰਕੇ, ਉਹਦੀ ਬੰਦਗੀ ਕਰਨ ਕਰਕੇ, ਅਕਾਲ ਪੁਰਖ ਦੇ ਨਾਮ ਦੇ ਵਿੱਚ ਜੁੜਨ ਕਰਕੇ ਜੀ। ਦਇਆਲ ਤੇਰੇ ਨਾਮ ਤਰਾ। ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਨਾਮ ਕਰਕੇ ਮੈਂ ਤਰ ਸਕਦਾ ਇਸ ਭਵਜਲ ਤੋਂ, ਸੰਸਾਰ ਸਮੁੰਦਰ ਤੋਂ। ਹੇ ਦਿਆਲੂ, ਦਇਆ ਦੇ ਘਰ, ਦਇਆ ਦੇ ਖਜ਼ਾਨੇ ਸਰੂਪ ਪ੍ਰਮਾਤਮਾ ਜੀ, ਜਿਨ੍ਹਾਂ ਉੱਪਰ ਆਪ ਜੀ ਕਿਰਪਾ ਕਰਦੇ ਹੋ, ਦਇਆ ਕਰਕੇ ਆਪਣਾ ਨਾਮ ਬਖਸ਼ਿਸ਼ ਕਰ ਦਿੰਦੇ, ਉਹੀ ਇਸ ਸੰਸਾਰ ਸਮੁੰਦਰ ਤੋਂ, ਭਵਜਲ ਤੋਂ ਪਾਰ ਲੰਘਦੇ ਹਨ। ਤੇ ਇਹ ਦਾਤ ਜਿਨ੍ਹਾਂ ਉੱਪਰ ਤੁਸੀਂ ਕਰ ਦਿੰਦੇ ਹੋ ਤਰੁੱਠ ਕਰਕੇ, ਉਹੀ ਇਸ ਦਾਤ ਦੇ ਬਖਸ਼ਿਸ਼ ਦੇ ਪਾਤਰ ਬਣਦੇ ਹਨ ਜੀ। ਸਦ ਕੁਰਬਾਨੈ ਜਾਓ। ਮਹਾਰਾਜ ਆਪ ਜੀ ਤੋਂ ਸਦਾ ਕੁਰਬਾਨ ਬਲਹਾਰ ਵਾਰਨੇ ਜਾਈਏ। ਆਪ ਜੀ ਦੀ ਪਾਵਨ ਇਸ ਸਰੂਪ ਤੋਂ, ਆਪ ਜੀ ਦੇ ਪਾਵਨ ਪਵਿੱਤਰ ਨਾਮ ਤੋਂ, ਜਿਨ੍ਹਾਂ ਨੇ ਆਪ ਜੀ ਦੇ ਨਾਮ ਦਾ ਪੱਲਾ ਪਕੜਿਆ, ਉਹ ਮਹਾਰਾਜ ਸੰਸਾਰ ਤੋਂ ਮੁਕਤ ਹੋ ਗਏ, ਉਹ ਨਿਹਾਲ ਹੋ ਗਏ ਹਨ। ਰਹਾਉ। ਇਹ ਵਿਸ਼ਰਾਮ ਦਿੰਦੇ ਹਨ ਸਤਿਗੁਰੂ ਸੱਚੇ ਪਾਤਸ਼ਾਹ ਜੀ। ਸਰਬੰ ਸਾਚਾ ਏਕ ਹੈ, ਦੂਜਾ ਨਾਹੀ ਕੋਏ। ਇਹ ਸਤ ਸੰਗ ਜੀ ਸ਼ਬਦ ਦੇ ਅੰਦਰ ਰਹਾਉ ਦਾ ਪਦ ਮਹਾਰਾਜ ਜੀ ਨੇ ਦੁਬਾਰਾ ਵਰਤਿਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ ਆਮ ਆਪਾਂ ਸ਼ਬਦਾਂ ਦੇ ਵਿੱਚ ਦੇਖਦੇ, ਇੱਕ ਦਫਾ ਇੱਕ ਵਾਰ ਹੀ ਰਹਾਉ ਵਰਤਿਆ ਜਾਂਦਾ। ਇੱਥੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੁਬਾਰਾ ਜਿਹੜਾ ਹੈ, ਕਈ ਸ਼ਬਦਾਂ ਵਿੱਚ 4 ਵਾਰ ਵੀ ਰਹਾਉ ਦਾ ਇਹ ਪਦ ਆਉਂਦਾ ਹੈ। ਇਹ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਮੁੰਦਾਵਣੀ ਹੈ, ਇਹ ਰਮਜ ਹੈ। ਰਹਾਉ ਸ਼ਬਦ ਵੀ ਜਿਹੜਾ ਸਤਿਗੁਰਾਂ ਨੇ ਵਰਤਿਆ ਹੈ, ਇਹ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਆਪਣੀ ਮੌਜ। ਕੋਈ ਗੁਰੂ ਕਾ ਸਿੱਖ ਆਪਣੀ ਕਲਮ ਲੈ ਕਰਕੇ ਇਹ ਕਦੇ ਨਹੀਂ ਕਰ ਸਕਦਾ। ਇਹ ਉਸ ਦੀ ਵੱਡੀ ਭੁੱਲ ਹੈ ਕਿ ਗੁਰਬਾਣੀ ਦੇ ਵਿੱਚ ਕੋਈ ਵਾਧ ਘਾਟ ਹੈ। ਗੁਰੂ ਕੇ ਸਿੰਘ ਆਸਾ ਦੀ ਵਾਰ ਦਾ ਕੀਰਤਨ ਕਰਕੇ ਗਏ ਨੇ ਤੇ ਸ਼ੁੱਧ ਸ਼ਬਦ ਆਉਂਦਾ ਹੈ। ਇਹਦਾ ਭਾਵ ਕਿ ਇਹ ਬਾਣੀ ਸੰਪੂਰਨ ਸ਼ੁੱਧੀ ਹੋਈ ਹੈ, ਇਹਦੇ ਵਿੱਚ ਕੋਈ ਕਮੀ ਨਹੀਂ ਹੈ। ਰਹਾਉ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੀ ਆਪ ਆਪਣੀ ਮੌਜ ਹੈ। ਔਰ ਗੁਰਬਾਣੀ ਦਾ ਜੋ ਵੀ ਸਤ ਸੰਗੀ ਇੱਕ ਓਂਕਾਰ ਤੋਂ ਲੈ ਕਰਕੇ 18, 10, 20 ਤੱਕ ਜੋ ਸ਼ਬਦ ਹੈ, ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਹੈ। ਸਿੱਖ ਦੀ ਕੋਈ ਜ਼ਰੂਰਤ ਨਹੀਂ ਹੈ ਕਿ ਗੁਰਬਾਣੀ ਦੇ ਵਿੱਚ ਕੋਈ ਬਦਲ ਕਰ ਸਕੇ। ਰਹਾਉ ਦੁਬਾਰਾ ਸ਼ਬਦ ਵਰਤ ਕਰਕੇ ਕਿ ਮਹਾਰਾਜ ਆਪਣੇ ਅੰਦਰ ਸ਼ਬਦ ਨੂੰ ਟਿਕਾ ਲੈਣਾ ਕਰੋ। ਰਹਾਉ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ, ਤਾਂ ਕੀ ਸੇਵਾ ਸੋ ਕਰੇ, ਜਾ ਕੋ ਨਦਰ ਕਰੇ। ਸੱਚੇ ਪਾਤਸ਼ਾਹ ਆਪ ਜੀ ਤੋਂ ਬਿਨਾ ਸਰਬੰ ਸਾਚਾ ਏਕ ਹੈ, ਦੂਜਾ ਨਾਹੀ ਕੋਏ। ਮਹਾਰਾਜ ਆਪ ਜੀ ਤੋਂ ਬਿਨਾ ਤੇ ਕੋਈ ਨਹੀਂ ਇਸ ਸੰਸਾਰ ਦੇ ਵਿੱਚ। ਆਪ ਜੀ ਤੋਂ ਬਿਨਾ ਕੋਈ ਐਸੀ ਹਸਤੀ ਨਹੀਂ। ਰਹਾਉ ਤੋਂ ਦੁਬਾਰਾ ਪੰਕਤੀ ਪੜੋ ਜੀ। ਸਰਬੰ ਸਾਚਾ ਏਕ ਹੈ, ਦੂਜਾ ਨਾਹੀ ਕੋਏ। ਸਾਰਿਆਂ ਦੇ ਵਿੱਚ ਉਹ ਸੱਚ ਸਰੂਪ ਪਰਮਾਤਮਾ ਦਾ ਹੈ। ਉਸ ਤੋਂ ਬਿਨਾ ਕੋਈ ਇਹਨਾਂ ਜੀਵਾਂ ਦੇ ਵਿੱਚ, ਕੁੱਲ ਖਲਕਤ ਦੇ ਵਿੱਚ, ਕੁੱਲ ਕਾਇਨਾਤ ਦੇ ਵਿੱਚ ਪਰਮਾਤਮਾ ਤੋਂ ਬਿਨਾ ਦੂਜਾ ਕੋਈ ਸਤਸੰਗ ਜੀ ਮਹਾਰਾਜ ਤੋਂ ਬਿਨਾ ਨਹੀਂ ਹੈ। ਪਰਮਾਤਮਾ ਤੋਂ ਬਿਨਾ ਸੰਸਾਰ ਦੇ ਵਿੱਚ ਉਸ ਸੱਚ ਸਰੂਪ ਤੋਂ ਬਿਨਾ ਮਹਾਰਾਜ ਕਹਿੰਦੇ ਕੋਈ ਐਸੀ ਹਸਤੀ ਨਹੀਂ ਜਿਹੜੀ ਸਦਾ ਚਿਰ ਰਹਿ ਸਕੇਗੀ। ਕੇਵਲ ਅਕਾਲ ਪੁਰਖ ਵਾਹਿਗੁਰੂ ਸਦਾ ਹੀ ਸਤ ਸੰਗ ਜੀ ਅਬਨਾਸ਼ੀ ਹੈ। ਉਹ ਸੱਚ ਸਰੂਪ ਹੈ।
ਤਰੀ ਕਾਲ ਆਬਾਦ ਹੈ, ਤਿੰਨੇ ਸਮਿਆਂ ਦੇ ਵਿੱਚ ਨਾਸ਼ ਤੋਂ ਰਹਿਤ ਹੈ ਪ੍ਰਮਾਤਮਾ ਜੀ। ਤਾਕੀ ਸੇਵਾ ਸੋ ਕਰੇ ਜਾ ਕੋ ਨਦਰ ਕਰੇ। ਉਸ ਪ੍ਰਮਾਤਮਾ ਦੀ ਸੱਚੇ ਦੀ ਸੇਵਾ ਕੌਣ ਕਰ ਸਕਦਾ ਹੈ? ਉਹਦੀ ਸੇਵਾ ਸਾਧ ਸੰਗਤ ਜੀ ਉਹ ਕਰਦੇ ਜਿਨ੍ਹਾਂ ਉੱਪਰ ਪ੍ਰਮਾਤਮਾ ਦੀ ਵਿਸ਼ੇਸ਼ ਕਿਰਪਾ, ਉਹਦੀ ਨਜ਼ਰੇ ਰਹਿਮਤ ਹੋ ਜਾਂਦੀ ਹੈ। ਜਿੱਥੇ ਪ੍ਰਮਾਤਮਾ ਨੇ ਸੰਸਾਰ ਦੇ ਅੰਦਰ ਸਾਧ ਸੰਗਤ ਜੀ ਅਨੇਕਾਂ ਆਪਣੇ ਗੁਣ ਬਖਸ਼ਿਸ਼ ਕੀਤੇ, ਉੱਥੇ ਸਾਰੇ ਗੁਣਾਂ ਦੇ ਵਿੱਚ ਇੱਕ ਗੁਣ ਪ੍ਰਮਾਤਮਾ ਦਾ ਇਹ ਹੈ ਉਹਦੀ ਰਹਿਮਤ। ਜਿਸ ਦੇ ਉੱਪਰ ਸਾਧ ਸੰਗਤ ਜੀ ਕਿਰਪਾ ਨਜ਼ਰੇ ਰਹਿਮਤ ਹੋ ਜਾਂਦੀ ਹੈ, ਉਹਨਾਂ ਉੱਪਰ ਹੀ ਸਾਧ ਸੰਗਤ ਜੀ ਇਹ ਬਖਸ਼ਿਸ਼ਾਂ ਉਹਨਾਂ ਨੂੰ ਪ੍ਰਾਪਤ ਹੋ ਸਕਦੀਆਂ। ਦੂਜਾ ਇਹ ਬਖਸ਼ਿਸ਼ ਮਨੁੱਖ ਪ੍ਰਾਪਤ ਨਹੀਂ ਕਰ ਸਕਦਾ। ਸੇਵਾ ਦੀ ਦਾਤ ਗੁਰੂ ਚਰਨਾਂ ਦੇ ਵਿੱਚੋਂ ਉਸ ਮਨੁੱਖ ਨੂੰ ਪ੍ਰਾਪਤ ਹੋਵੇਗੀ ਜਿਹਦੇ ਉੱਪਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਹੈ। ਨਹੀਂ ਤਾਂ ਸਤਿਗੁਰੂ ਮਹਾਰਾਜ ਸਾਹਿਬ ਜੀ ਦਾ ਹੁਕਮ ਗੁਰ ਇਤਿਹਾਸ ਵਿੱਚ ਇੱਕ ਜ਼ਿਕਰ ਆਇਆ, ਸ੍ਰੀ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਇੱਕ ਸਿੱਖ ਚੱਲ ਕਰਕੇ ਆਇਆ, ਗੁਰੂ ਕੇ ਲੰਗਰ ਵਿੱਚੋਂ ਪ੍ਰਸ਼ਾਦ ਜਲ ਭੋਜਨ ਛਕ ਲੈਣਾ ਔਰ ਗੁਰੂ ਘਰ ਦੀ ਸੇਵਾ ਨਾ ਕਰਨੀ। ਉਹਨੂੰ ਵਾਰ-ਵਾਰ ਗੁਰੂ ਕੇ ਸਿੱਖਾਂ ਨੇ, ਧੰਨ ਬਾਬਾ ਬੁੱਢਾ ਸਾਹਿਬ ਜੀ ਨੇ ਵੀ ਕਿਹਾ, ਭਾਈ ਗੁਰੂ ਕੇ ਘਰ ਦੀ ਸੇਵਾ ਕਰਿਆ ਕਰ। ਸਾਧ ਸੰਗਤ ਜੀ ਗੁਰੂ ਘਰ ਦੇ ਦੋ ਐਸੇ ਸਾਧਨ ਹਨ, ਦੋ ਅੰਗ ਹਨ ਜਿਨ੍ਹਾਂ ਕਰਕੇ ਇਸ ਜੀਵ ਦੀ ਮੁਕਤੀ ਹੋਵੇਗੀ ਸਿੱਖ ਦੀ। ਉਹ ਦੋ ਮੁੱਖ ਸਾਧਨ, ਦੋ ਅੰਗ ਕਿਹੜੇ ਹਨ? ਸੇਵਾ ਤੇ ਸਿਮਰਨ ਦਾ। ਸੇਵਾ ਤੇ ਸਿਮਰਨ ਬਿਨਾਂ ਗਤੀ ਕੋਈ ਨਹੀਂ ਹੈ। ਜਿੰਨਾ ਚਿਰ ਸੱਚੇ ਪਾਤਸ਼ਾਹ ਦੀ ਕਿਰਪਾ ਨਹੀਂ, ਉਹਨਾਂ ਚਿਰ ਸਤ ਸੰਗਤ ਜੀ ਇਹਨੂੰ ਸੇਵਾ ਕਰਨ ਦਾ ਵੀ ਦਿਲ ਨਹੀਂ ਕਰਦਾ। ਆਹ ਸਮੁੱਚੇ ਸਮਾਗਮ ਦੇ ਵਿੱਚ ਨੌਜਵਾਨ ਵੀਰ ਬੜੇ ਚਾਵਾਂ ਦੇ ਉਤਸ਼ਾਹ ਦੇ ਸਮੇਤ ਸੇਵਾ ਕਰ ਰਹੇ ਨੇ ਔਰ ਇਹਨਾਂ ਦੀ ਸੇਵਾ ਨੂੰ ਵੇਖ ਕਰਕੇ ਦਿਲ ਅੰਦਰ ਸਤਿਗੁਰੂ ਮਹਾਰਾਜ ਦਾ ਸ਼ੁਕਰਾਨਾ ਉੱਠਦਾ। ਮਹਾਰਾਜ ਜਿਨ੍ਹਾਂ ਨੂੰ ਆਪਣੀ ਕਿਰਪਾ ਕਰਕੇ ਤੁਸੀਂ ਸੇਵਾ ਵਿੱਚ ਲਾ ਲੈਂਦੇ ਹੋ। ਇਹਨੂੰ ਬਾਬਾ ਬੁੱਢਾ ਸਾਹਿਬ ਜੀ ਨੇ ਵੀ ਕਿਹਾ, ਗੁਰੂ ਕਿਹਾ ਸਿੱਖਾ ਗੁਰੂ ਘਰ ਦੀ ਸੇਵਾ ਕਰਿਆ ਕਰ। ਆ ਜਿਹੜਾ ਗੁਰੂ ਘਰ ਦਾ ਅੰਨ ਜਲ ਛਕਦਾ ਹੈ ਇਹਦਾ ਮੁੱਲ ਤੇ ਮੋੜ ਦੇ, ਸੇਵਾ ਕਰਕੇ ਆਪਣਾ ਜੀਵਨ ਸਫਲਾ ਕਰ ਲੈ। ਇਹਨੇ ਇੱਕੋ ਵਾਰ ਕਹਿਣਾ, ਮਹਾਰਾਜ ਇਹ ਬਾਬਾ ਬੁੱਢਾ ਸਾਹਿਬ ਵਰਗੇ ਮਹਾਨ ਗੁਰਸਿੱਖਾਂ ਨੂੰ ਮੈਂ ਤੁਹਾਡੇ ਵਰਗੇ ਜ਼ਿਮੀਂਦਾਰਾਂ ਜੱਟਾਂ ਦੇ ਕੋਈ ਆਖੇ ਨਹੀਂ ਲੱਗਦਾ। ਰਹੋ ਵਿਚਾਰ ਸਮਾਂ ਲੰਘਦਾ ਗਿਆ, ਰੋਜ਼ ਇਹੋ ਕੰਮ ਕਰਿਆ ਕਰਨਾ, ਗੁਰੂ ਲੰਗਰ ਵਿੱਚੋਂ ਛਕ ਕੇ ਪੈ ਜਾਇਆ ਕਰਨਾ। ਧੰਨ ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦਾ ਪਾਵਨ ਦਰਬਾਰ, ਸਤਿਗੁਰਾਂ ਦੀ ਗੁਰਤਾ ਗੱਦੀ ਦਾ ਤਖਤ, ਇਹਦੇ ਕਮਰੇ ਦੇ ਇੱਕ ਦਿਨ ਬਾਹਰ ਲਗਾ ਦਿੱਤਾ ਗਿਆ। ਜਦੋਂ ਹਲਚਲ ਹੋਈ, ਕੁਝ ਸ਼ੋਰ ਸ਼ਰਾਬਾ ਉੱਠਿਆ, ਇਹ ਬਾਹਰ ਨਿਕਲਿਆ ਅੱਖਾਂ ਮਲਦਾ ਹੋਇਆ। ਹੁਣ ਇਹਨੂੰ ਪਤਾ ਕੀ ਦੇਖਦਾ ਕਿ ਗੁਰੂ ਸਾਹਿਬ ਦਾ ਤਖਤ ਲੱਗਾ, ਹੁਣ ਤਾਂ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਕਰਨੇ ਹੀ ਪੈਣਗੇ। ਦਰਸ਼ਨ ਕੀਤੇ, ਮਹਾਰਾਜ ਸਾਹਿਬ ਪੁੱਛਦੇ, ਗੁਰੂ ਕਿਆ ਸਿੱਖਾ ਕਿੱਥੋਂ ਆਇਆ, ਕਿੱਥੋਂ ਦਾ ਰਹਿਣ ਵਾਲਾ, ਰਹਿੰਦਾ ਕਿੱਥੇ? ਕਹਿਣ ਲੱਗਾ ਮਹਾਰਾਜ ਆਪ ਜੀ ਦੇ ਘਰ ਵਿੱਚ ਹੀ ਰਹੀਦਾ ਹੈ। ਸੱਚੇ ਪਾਤਸ਼ਾਹ ਕਹਿਣ ਲੱਗੇ ਕਦੀ ਵੇਖਿਆ ਨਹੀਂ। ਕਹਿਣ ਲੱਗਾ ਮਹਾਰਾਜ ਇੱਥੇ ਰਹਿੰਦਾ। ਸਤਿਗੁਰੂ ਕਹਿੰਦੇ ਲੰਗਰ ਭੋਜਨ ਕਿੱਥੋਂ ਛਕਦਾ? ਲੰਗਰ ਵਿੱਚੋਂ ਮਹਾਰਾਜ। ਸੇਵਾ ਕੀ ਕਰਦਾ? ਮਹਾਰਾਜ ਕਹਿਣ ਲੱਗਾ ਕੋਈ ਨਹੀਂ ਕਰਦਾ ਸਿੱਖ ਕਹਿੰਦਾ। ਬਾਬਾ ਬੁੱਢਾ ਸਾਹਿਬ ਜੀ ਨੂੰ ਬੁਲਾਇਆ, ਇਹਨੂੰ ਸੇਵਾ ਦਾ ਬਚਨ ਨਹੀਂ ਕਿਹਾ। ਕਹਿਣ ਲੱਗੇ ਮਹਾਰਾਜ ਕਿਹਾ ਤਾਂ ਹੈ ਪਰ ਇਹ ਮੰਨਦਾ ਨਹੀਂ ਸਾਡਾ ਬਚਨ। ਕਹਿਣ ਲੱਗਾ ਜਿੰਨਾ ਚਿਰ ਗੁਰੂ ਸਾਹਿਬ ਨਹੀਂ ਕਹਿਣਗੇ ਉਹਨਾਂ ਚਿਰ ਮੈਂ ਸੇਵਾ ਨਹੀਂ ਕਰਾਂਗਾ। ਸਤਿਗੁਰੂ ਕਹਿਣ ਲੱਗੇ ਫਿਰ ਸਾਡਾ ਬਚਨ ਹੈ, ਜਾਂ ਚਿਖਾ ਵਿੱਚ ਸੜ ਕੇ ਬਲ ਕੇ ਸੁਆਹ ਹੋ ਜਾ। ਇਹ ਬਚਨ ਤੇਰੀ ਉਮਰ 8 ਪਹਿਰ ਹੀ ਬਾਕੀ ਰਹਿ ਗਈ ਹੈ। ਬਚਨ ਮੰਨ ਕੇ ਬਾਹਰ ਚਲਾ ਗਿਆ। ਜਦੋਂ ਚਿਖਾ ਤਿਆਰ ਕਰਕੇ ਸੜਨ ਦਾ, ਆਪਣੇ ਆਪ ਨੂੰ ਕੁਰਬਾਨ ਕਰਨ ਦਾ ਤਹਈਆ ਕਰਦਾ, ਦਿਲ ਨਹੀਂ ਕਰਦਾ, ਵਾਪਸ ਮੁੜ ਆਉਂਦਾ ਹੈ। ਉਧਰੋਂ ਆਇਆ ਮੇਰਾ ਧਾੜਵੀ ਜਿਹੜਾ ਲੁੱਟ ਸੁੱਟ ਕਰਕੇ ਆ ਰਿਹਾ ਸੀ, ਉਹਨੇ ਦੇਖਿਆ ਲੱਗਦਾ ਤੇ ਸ਼ਕਲੋਂ ਗੁਰੂ ਕਾ ਸਿੱਖ ਹੈ। ਪੁੱਛਾਂ ਕਾਰਨ ਕੀ ਹੈ? ਕਹਿਣ ਲੱਗਾ ਗੁਰੂ ਸਾਹਿਬ ਨੇ ਆਹ ਬਚਨ ਦਿੱਤਾ, ਮੇਰੇ ਤੋਂ ਮੰਨਿਆ ਨਹੀਂ ਜਾ ਰਿਹਾ। ਕਹਿਣ ਲੱਗਾ ਫਿਰ ਇਸ ਤਰ੍ਹਾਂ ਕਰ, ਆ ਮੇਰੇ ਕੋਲ ਆ ਜਿਹੜਾ ਧਨ ਸੋਨਾ ਜਿਹੜੀ ਮੈਂ ਇਹ ਲੁੱਟ ਕਰਕੇ ਲਿਆਇਆ, ਇਹ ਗੰਢੜੀ ਮੇਰੇ ਕੋਲ ਲੈ ਲੈ ਤੇ ਮੈਨੂੰ ਬਚਨ ਵੇਚ ਦੇ। ਬਚਨ ਵੇਚ ਦਿੱਤਾ ਸਤਿਗੁਰੂ ਮਹਾਰਾਜ ਦਾ। ਆਪ ਉਹ ਧਨ ਮਾਲ ਲੈ ਕੇ ਦੌੜ ਗਿਆ। ਤੇ ਇਹ ਜਿਹੜਾ ਸੀ ਭਾਵਨਾ ਵਾਲਾ, ਜਿਹਦੇ ਉੱਪਰ ਸਤਿਗੁਰੂ ਦੀ ਕਿਰਪਾ ਹੋਵੇ, ਬਚਨ ਮੰਨਣ ਦੀ ਸੇਵਾ ਜਿਹਨੂੰ ਮਿਲ ਜਾਵੇ, ਇਹਨੇ ਛਾਲ ਮਾਰ ਕੇ ਚਿਖਾ ਦੇ ਵਿੱਚ ਬੈਠ ਗਿਆ। ਪਰ ਸਤਿਗੁਰੂ ਦੀ ਐਸੀ ਕਿਰਪਾ ਵਰਤੀ, ਸਾਧ ਸੰਗਤ ਜੀ ਗੁਰ ਕਾ ਬਚਨ ਵਸੈ ਜੀ ਨਾਲੇ, ਜਲ ਨਹੀਂ ਡੋਬੈ ਤਸਕਰ ਨਹੀਂ ਲੇਵੈ, ਭਾਹੇ ਨਾ ਸਾਕੇ ਜਾਲੇ। ਬਚ ਗਿਆ ਹੈ
ਸਤਿਗੁਰਾਂ ਦੀ ਸੰਗਤ ਜਾ ਕੇ ਕੀਤੀ ਨਿਹਾਲ ਹੋ ਗਿਆ, ਤੇ ਇਹ ਜਿਹੜਾ ਸੀ ਇਹਨੂੰ ਜਾਂਦਿਆਂ ਹੀ ਪਕੜ ਕਰਕੇ ਪਛਾਣ ਕਰ ਲਈ ਆਪਣੇ ਧਨ ਮਾਲ ਦੀ ਸਿਪਾਹੀਆਂ ਨੇ, ਇਹਨੂੰ ਉਸੇ ਵੇਲੇ ਫਾਂਸੀ ਚਾੜ ਦਿੱਤਾ। ਮਹਾਰਾਜ ਜੀ ਦੇ ਉੱਪਰ ਆਪਣੀ ਕਿਰਪਾ ਕਰ ਦਿੰਦੇ, ਉਹ ਨਜ਼ਰੇ ਰਹਿਮਤ ਕਰ ਦਿੰਦੇ, ਉਹੀ ਸੇਵਾ ਕਰ ਸਕਦਾ। ਦੂਜਾ ਜਿਹੜਾ ਹੈ ਉਹ ਆਪਣੀਆਂ ਮਨ ਦੀਆਂ ਹੁਜਤਾਂ ਕਰੇਗਾ ਕਿ ਉਹ ਕਦੀ ਸੇਵਾ ਨਹੀਂ ਕਰ ਸਕਦਾ। ਤੁਧ ਬਾਜ ਪਿਆਰੇ ਕੇਵਰਹਾ, ਸਾਵੜਿਆਈ ਦੇਹ ਜਿਤ ਨਾਮ ਤੇਰੇ ਲਾਗ ਰਹਾ। ਆਪ ਜੀ ਤੋਂ ਬਿਨਾਂ ਸੱਚੇ ਪਾਤਸ਼ਾਹ ਮੈਂ ਕਿਵੇਂ ਰਹਿ ਸਕਦਾ ਹਾਂ? ਆਪ ਜੀ ਦੇ ਨਾਮ ਤੋਂ ਬਿਨਾਂ ਇਹ ਜੀਵ ਮਹਾਰਾਜ ਨਾਮ ਵਿਹੂਣਾ, ਨਾਮ ਤੋਂ ਬਗੈਰ ਇਹ ਕਿਵੇਂ ਜੀਵਨ ਬਤੀਤ ਕਰੇ? ਕਿਰਪਾ ਕਰਕੇ ਸੱਚੇ ਪਾਤਸ਼ਾਹ ਕਿਰਪਾਲੂ ਜੀ ਦਇਆ ਦੇ ਘਰ ਵਿੱਚ ਆਓ, ਮੇਰੇ ਤੇ ਇਹ ਮਿਹਰਮਤ ਕਰੋ, ਬਖਸ਼ਿਸ਼ ਕਰੋ, ਮੈਨੂੰ ਆਪਣੇ ਨਾਮ ਦੀ ਵਡਿਆਈ ਬਖਸ਼ਿਸ਼ ਕਰੋ। ਜਿਤ ਨਾਮ ਤੇਰੇ ਲਾਗ ਰਹਾ, ਸਾ ਵਡਿਆਈ ਦੇ। ਮਹਾਰਾਜ ਇਹ ਮਹਾਰਾਜ ਆਪਣੀ ਸ਼ੋਭਾ, ਆਪਣੇ ਘਰ ਦੀ ਨਾਮ ਜਪਣ ਦੀ ਵਡਿਆਈ ਬਖਸ਼ਿਸ਼ ਕਰ ਦਵੋ ਜੀ। ਦੂਜਾ ਨਾਹੀ ਕੋਏ ਜਿਸ ਆਗੇ ਪਿਆਰੇ ਜਾਏ ਕਹਾ। ਆਪ ਜੀ ਤੋਂ ਬਿਨਾਂ ਹੈ ਸਤਿਗੁਰੂ ਮਹਾਰਾਜ ਅਕਾਲ ਪੁਰਖ ਵਾਹਿਗੁਰੂ ਜੀ, ਤੇਰਾ ਦਰ ਛੱਡ ਕੇ ਕਿਹੜੇ ਦਰ ਜਾਈਏ ਅਸੀਂ? ਕਬੀਰ ਸਾਹਿਬ ਕਹਿੰਦੇ ਨੇ ਨਾ, ਕਬੀਰ ਜਿਹ ਦਰ ਆਵਤ ਜਾਤਿਓ ਹਟਕੈ ਨਾਹੇ ਕੋਏ। ਜਿਹੜੇ ਦਰ ਤੋਂ ਕੋਈ ਵਰਜਦਾ ਨਹੀਂ, ਰੋਕਦਾ ਨਹੀਂ, ਟੋਕਦਾ ਨਹੀਂ, ਇਹ ਦਰ ਛੱਡੀਏ ਕਿਵੇਂ? ਮਹਾਰਾਜ ਆਪ ਜੀ ਦੇ ਦਰ ਤੋਂ ਬਿਨਾਂ ਮਹਾਰਾਜ ਕਿੱਥੇ ਜਾ ਕੇ ਪੁਕਾਰ ਕਰੀਏ? ਅਸੀਂ ਤਾਂ ਆਪ ਜੀ ਦੇ ਚਰਨਾਂ ਦੇ ਵਿੱਚ ਸਭ ਮੰਗਾਂ ਰੱਖਣੀਆਂ। ਕਿਰਪਾ ਕਰਕੇ ਮਹਾਰਾਜ ਆਪ ਜੀ ਸਾਨੂੰ ਨਿਹਾਲ ਕਰ ਦੇਵੋ। ਰਹਾਉ ਰਹਾਉ ਦਾ ਵਿਸ਼ਰਾਮ ਦੇ ਕੇ ਸਤਿਗੁਰੂ ਮਹਾਰਾਜ ਜੀ ਫਰਮਾਉਂਦੇ ਹਨ, ਸੇਵੀ ਸਾਹਿਬ ਆਪਣਾ ਅਵਰ ਨਾ ਜਾਚੋ ਕੋਏ। ਆਪਣੇ ਸਾਹਿਬ ਨੂੰ, ਆਪਣੇ ਮਾਲਕ ਨੂੰ ਸਤਿਗੁਰੂ ਕਹਿੰਦੇ ਉਹਦੀ ਸੇਵਾ ਕਰੋ ਭਾਈ। ਸਤਿਗੁਰੂ ਦਾ ਦਰ ਛੱਡ ਕਰਕੇ, ਪ੍ਰਮਾਤਮਾ ਦਾ ਦਰ ਛੱਡ ਕਰਕੇ, ਸਤਿਗੁਰਾਂ ਦਾ ਦਰ ਛੱਡ ਕਰਕੇ ਹੋਰ ਕਿਸੇ ਚੀਜ਼ ਦੀ, ਹੋਰ ਕਿਸੇ ਦਰ ਦੀ ਸਾਡੇ ਅੰਦਰ ਕੋਈ ਮੰਗ ਨਹੀਂ ਹੈ। ਮਹਾਰਾਜ ਨੂੰ, ਸੱਚੇ ਪਾਤਸ਼ਾਹ ਨੂੰ ਇਹੀ ਅਰਦਾਸ ਕਰੋ, ਸੱਚੇ ਪਾਤਸ਼ਾਹ ਸਾਡੀ ਸਿੱਖੀ ਕੇਸਾਂ ਸਵਾਸਾਂ ਸੰਗ ਨਿਭ ਜਾਵੇ। ਆਪ ਜੀ ਦੇ ਦਰ ਘਰ ਦੇ ਅਸੀਂ ਉਪਾਸ਼ਕ ਬਣੇ ਰਹੀਏ, ਸਦਾ ਸਾਡੇ ਅੰਦਰ ਇਹ ਚਿੱਤ ਚਾਓ ਮਹਾਰਾਜ ਜੀ ਬਣਿਆ ਰਹੇ ਜੀ। ਨਾਨਕ ਤਾਕਾ ਦਾਸ ਹੈ, ਬਿੰਦ ਬਿੰਦ ਚੁਖ ਚੁਖ ਹੋਏ। ਸਤਿਗੁਰੂ ਕਹਿੰਦੇ ਅਸੀਂ ਸੱਚੇ ਪਾਤਸ਼ਾਹ ਆਪ ਜੀ ਦੇ ਚਰਨਾਂ ਦੇ ਦਾਸ ਹਾਂ, ਸੇਵਕ ਹਾਂ। ਦਾਸ ਵੀ ਕਿਸ ਪ੍ਰਕਾਰ ਦੇ? ਮਹਾਰਾਜ ਇੱਕ ਛਿਨ ਛਿਨ ਕਾਲ ਦੇ ਅੰਦਰ ਥੋੜਾ ਸਮਾਂ, ਸਤ ਸੰਗ ਜੀ ਸਮੇਂ ਦੀ ਜਦੋਂ ਵੰਡ ਕੀਤੀ ਪੁਰਾਣੇ ਵਿਦਵਾਨਾਂ ਨੇ, ਉਹਨਾਂ ਨੇ ਨਿਮਕ ਸ਼ਬਦ ਵਰਤਿਆ ਹੈ। ਗੁਰਬਾਣੀ ਦੇ ਅੰਦਰ ਅਸੀਂ ਨਿਮਕ ਸ਼ਬਦ ਸਰਵਣ ਕਰਦੇ। ਨਿਮਕ ਸ਼ਬਦ, ਨਿਮਕ ਕਹਿਣ ਦੇ ਨਾਲ ਹੀ ਸਤ ਸੰਗਤ ਜੀ ਇਹ ਅੱਖ ਝਮਕਣ ਦੇ ਨਾਲ ਹੀ 4 ਨਿਮਕ ਹੋ ਜਾਂਦੇ ਹਨ। ਨਿਮਕ ਤੋਂ ਬਾਅਦ ਸਤ ਸੰਗਤ ਜੀ ਚੁੱਕ ਸਮਾਂ ਆਉਂਦਾ ਹੈ। ਇੱਕ ਨਿਮਕ ਦਾ 6ਵਾਂ ਹਿੱਸਾ ਚੁੱਕ ਸਮਾਂ ਹੈ। ਇੱਕ ਚੁੱਕ ਦਾ ਸਤ ਸੰਗਤ ਜੀ 6ਵਾਂ ਹਿੱਸਾ ਬਿੰਦ ਸਮਾਂ ਹੈ। ਇੰਨੇ ਸਮੇਂ ਵੀ ਮਹਾਰਾਜ ਆਪ ਜੀ ਤੋਂ ਟੋਟੇ ਟੋਟੇ ਹੋ ਕਰਕੇ ਅਸੀਂ ਕੁਰਬਾਨ ਜਾਈਏ। ਜਿਵੇਂ ਹਜ਼ੂਰ ਨੇ ਸਤ ਸੰਗਤ ਜੀ ਸ਼੍ਰੀ ਰਾਗ ਦੇ ਅੰਦਰ ਫਰਮਾਇਆ, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਗਰੀਬ ਨਵਾਜ ਆਪ ਜੀ ਦੇ ਪਾਵਨ ਪਵਿੱਤਰ ਨਾਮ ਦੀ ਮਹਿਮਾ ਅਸੀਂ ਕੀ ਕਹੀਏ। ਕੁੱਸਾ ਕਟਿਆ ਵਾਰ ਵਾਰ ਪੀਸਨ ਪੀਸਾ ਪਾਏ, ਅੱਗੀ ਛੇਤੀ ਜਾਲਿਆ ਭਸਮ ਛੇਤੀ ਰਲ ਜਾਓ। ਭੀ ਤੇਰੀ ਕੀਮਤ ਨਾ ਪਵੈ ਹੋਂ ਕੇਵੜ ਆਖਾਂ ਨਾਉ। ਮਹਾਰਾਜ ਆਪ ਜੀ ਦੇ ਨਾਮ ਦੀ ਕੋਈ ਮਹਿਮਾ ਨਹੀਂ ਗਾਇਨ ਕਰ ਸਕਦਾ, ਇਸ ਨਾਮ ਦਾ ਕੋਈ ਅੰਤ ਨਹੀਂ ਪਾ ਸਕਦਾ। ਟੋਟੇ ਟੋਟੇ ਹੋ ਕੇ ਅੱਗ ਵਿੱਚ ਸੜ ਬਲ ਜਾਵਾਂ, ਸਵਾਹ ਬਣ ਜਾਵਾਂ, ਤਾਂ ਵੀ ਤੇਰੀ ਮਹਾਰਾਜ ਕੋਈ ਕੀਮਤ ਨਹੀਂ ਹੈ। ਇੱਥੇ ਸਤਿਗੁਰੂ ਕਹਿੰਦੇ ਆਪ ਜੀ ਤੋਂ ਕੁਰਬਾਨ ਜਾਵਾਂ। ਮਹਾਰਾਜ ਕੁਰਬਾਨ ਕਿਸ ਤਰੀਕੇ? ਅਸੀਂ ਤਾਂ ਸਤ ਸੰਗਤ ਜੀ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੂੰ ਨਮਸਕਾਰ ਕਰਦੇ ਤੇ ਕਈ ਵਾਰੀ ਪਰਿਕਰਮਾ ਕਰਨ ਦਾ ਵੀ ਸਾਨੂੰ ਨਹੀਂ ਪਤਾ। ਬਹੁਤ ਵਿਰਲੇ ਘੱਟ ਹੀ ਐਸੇ ਹੁੰਦੇ ਜਿਹੜੇ ਗੁਰੂ ਸਾਹਿਬ ਦੀ ਪਰਿਕਰਮਾ ਕਰਦੇ। ਇਹਦਾ ਭਾਵ ਹੈ ਕਿ ਸਤਿਗੁਰੂ ਮੇਰਾ ਮਨ ਤਨ ਧਨ ਸਭ ਕੁਝ ਆਪ ਜੀ ਤੋਂ ਕੁਰਬਾਨ, ਮੇਰੀ ਬੁੱਧੀ ਬਲ ਤਾਕਤ ਸਭ ਕੁਝ ਆਪ ਜੀ ਤੋਂ ਸੱਚੇ ਪਾਤਸ਼ਾਹ ਕੁਰਬਾਨ ਹੈ। ਇੱਥੇ ਸਤਿਗੁਰੂ ਕਹਿੰਦੇ ਮੈਂ ਟੋਟੇ ਟੋਟੇ ਹੋ ਕਰਕੇ ਥੋੜੇ ਥੋੜੇ ਸਮੇਂ ਅੰਦਰ ਵੀ ਮਹਾਰਾਜ ਆਪ ਜੀ ਤੋਂ ਕੁਰਬਾਨ ਜਾਂਦਾ ਹਾਂ ਜੀ। ਸਾਹਿਬ ਤੇਰੇ ਨਾਮ ਵਿਟਹੁ, ਬਿੰਦ ਬਿੰਦ ਚੁਖ ਚੁਖ ਹੋਏ। ਹੇ ਮਾਲਕ ਸਤਿਗੁਰੂ ਆਪ ਜੀ ਦੇ ਪਾਵਨ ਪਵਿੱਤਰ ਨਾਮ ਤੋਂ ਮਹਾਰਾਜ ਮੈਂ ਵਾਰ ਵਾਰ
ਇੱਕ ਛਿਣ ਛਿਣ ਸਮੇਂ ਦੇ ਅੰਦਰ, ਬਿੰਦ ਬਿੰਦ ਸਮੇਂ ਦੇ ਅੰਦਰ ਮਹਾਰਾਜ ਆਪਣੇ ਆਪ ਨੂੰ ਟੋਟੇ ਟੋਟੇ ਕਰਕੇ ਆਪ ਜੀ ਦੇ ਨਾਮ ਤੋਂ ਕੁਰਬਾਨ ਕਰਦਾ ਹਾਂ ਸੱਚੇ ਪਾਤਸ਼ਾਹ ਜੀ। ਰਹਾਉ ਦਾ ਵਿਸ਼ਰਾਮ ਦੇ ਕਰਕੇ ਸਤਿਗੁਰੂ ਮਹਾਰਾਜ ਜੀ ਨੇ ਸ਼ਬਦ ਦੀ ਸਮਾਪਤੀ ਕੀਤੀ ਹੈ। ਇਹ ਸਤ ਸੰਗ ਜੀ ਪਾਵਨ ਪਵਿੱਤਰ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਪਾਵਨ ਪਵਿੱਤਰ ਉਪਦੇਸ਼ ਹੈ। ਇਹ ਪਾਵਨ ਪਵਿੱਤਰ ਉਪਦੇਸ਼ ਦਾ ਸਤ ਸੰਗ ਜੀ ਸ਼ੁਭ ਉਪਦੇਸ਼ ਆਦੇਸ਼ ਕੀ ਹੈ? ਪੁਕਾਰ ਕਿਹਦੇ ਅੱਗੇ ਕਰਨੀ? ਜਿਹੜਾ ਸਾਰੇ ਦੁੱਖਾਂ ਨੂੰ ਕੱਟਣ ਦੇ ਵਿੱਚ ਸਮਰੱਥ ਅਕਾਲ ਪੁਰਖ ਵਾਹਿਗੁਰੂ ਹੈ। ਉਹਦਾ ਨਾਮ ਜਪਣ ਦੇ ਕਰਕੇ ਸਤ ਸੰਗ ਜੀ ਸਾਨੂੰ ਕੀ ਬਰਕਤ ਮਿਲੇਗੀ? ਆਨ ਦਿਨ ਸਾਹਿਬ ਸੇਵੀਐ ਅੰਤ ਛਡਾਏ ਸੋਏ। ਉਹ ਅੰਤ ਕਾਲ ਸਤ ਸੰਗ ਜੀ ਸਾਡੀ ਪ੍ਰਮਾਤਮਾ ਰੱਖਿਆ ਕਰ ਦੇਵੇਗਾ। ਭਾਵੇਂ ਇਸ ਜੀਵਨ ਦੇ ਵਿੱਚ ਜੀਵਨ ਮੁਕਤੀ ਦਾ ਆਨੰਦ ਨਾਮ ਹੀ ਪ੍ਰਾਪਤ ਹੋਵੇਗਾ। ਜਿਹੜੇ ਗੁਰੂ ਦਾ ਨਾਮ ਜਪਣਗੇ ਰਹਿਤ ਵਿੱਚ ਪ੍ਰਪੱਕ ਰਹਿਣਗੇ, ਅੰਮ੍ਰਿਤ ਧਾਰੀ ਹੋਵਣਗੇ, ਨਾਮ ਜਪਣਗੇ, ਅੰਤ ਕਾਲ ਉਹਨਾਂ ਦੀ ਰੱਖਿਆ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਆਪ ਆਪਣੇ ਸਿੱਖਾਂ ਦੀ ਕਰਨਗੇ। ਤੇ ਸਦਾ ਉਸ ਸਤਿਗੁਰੂ ਤੋਂ ਕੁਰਬਾਨ ਜਾਈਏ ਜੋ ਦਾਤਾ ਸਰੂਪ ਹੈ ਔਰ ਉਹ ਮਹਾਰਾਜ ਲੋਕ ਪਰਲੋਕ ਦਾ ਸਹਾਈ ਹੈ। ਇਹ ਪਾਵਨ ਪਵਿੱਤਰ ਦਾ ਉਪਦੇਸ਼ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਨੇ ਆਪਣੇ ਜਗਿਆਸੂਆਂ ਸਿੱਖਾਂ ਨੂੰ ਔਰ ਇਸੇ ਤਰ੍ਹਾਂ ਆਪਣੇ ਮਹਿਲ ਸਿੱਖਾਂ ਦੇ ਜਗਤ ਮਾਤਾ ਧੰਨ ਮਾਤ ਸੁਲੱਖਣੀ ਜੀ ਨੂੰ ਬਖਸ਼ਿਸ਼ ਕਰਕੇ ਨਿਹਾਲ ਕੀਤਾ ਹੈ। ਸ਼ਬਦ ਦੀ ਵਿਚਾਰ ਕਰਦਿਆਂ ਤੋਂ ਇੱਕ ਨਹੀਂ ਅਨੇਕ ਪ੍ਰਕਾਰ ਦੀ ਭੁੱਲ ਗਲਤੀ ਹੋ ਜਾਣੀ ਸੁਭਾਵਿਕ ਹੈ। ਸਮੂਹ ਗੁਰੂ ਕੀ ਸੰਗਤ, ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਕਿਰਪਾਲੂ ਜੀ ਬਖਸ਼ਿੰਦ ਹਨ, ਬਖਸ਼ ਲੈਣਾ। ਆਏ ਪ੍ਰਭ ਸਰਨਾਗਤੀ ਕਿਰਪਾ ਨਿਧ ਦਇਆਲ। ਏਕ ਅਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਸੇਵੀ ਸਾਹਿਬ ਆਪਣਾ ਅਵਰ ਨਾ ਜਾਚੋ ਕੋਏ। ਨਾਨਕ ਤਾ ਕਾ ਦਾਸ ਹੈ ਬਿੰਦ ਬਿੰਦ ਚੁਖ ਚੁਖ ਹੋਏ। ਸਾਹਿਬ ਤੇਰੇ ਨਾਮ ਵਿਟਹੁ ਬਿੰਦ ਬਿੰਦ ਚੁਖ ਚੁਖ ਹੋਏ। ਰਹਾਉ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ, ਸਤਿਗੁਰਾਂ ਦੀ ਮਹਾਨ ਬਖਸ਼ਿਸ਼ ਰਹਿਮਤ ਦਾ ਸਦਕਾ ਗਿਆਨੀ ਜੋਧ ਸਿੰਘ ਜੀ ਨੇ ਅੰਮ੍ਰਿਤ ਵੇਲੇ ਦੇ ਸ੍ਰੀ ਮੁਖ ਵਾਕ ਦੀ ਕਥਾ ਦੁਆਰਾ ਆਪ ਜੀ ਨੂੰ ਨਿਹਾਲ ਕੀਤਾ ਹੈ। ਸੋ ਬਹੁਤ ਹੀ ਸੁੰਦਰ ਕਥਾ ਸ੍ਰੀ ਮੁਖ ਵਾਕ ਦੀ ਗਿਆਨੀ ਜੋਧ ਸਿੰਘ ਜੀ ਨੇ ਕੀਤੀ ਹੈ। ਗਿਆਨੀ ਜੀ ਦਾ